ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਅਤੇ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਦੀਵਾਲੀ ਦੀਵਿਆਂ ਦਾ ਤਿਉਹਾਰ ਹੈ। ਦੀਵਿਆਂ ਦਾ ਤਿਉਹਾਰ ਹੁਣ ਪਟਾਖਿਆਂ ਅਤੇ ਫੁੱਲਝੜੀਆਂ ਦਾ ਤਿਉਹਾਰ ਜ਼ਿਆਦਾ ਹੋ ਗਿਆ ਹੈ। ਮਸਲਾ ਸ਼ਰਧਾ ਦਾ ਹੈ, ਪਰ ਇਸ ਦਾ ਦੂਜਾ ਪਾਸਾ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ। ਇਹ ਪਟਾਖੇ ਮਨੁੱਖੀ ਜ਼ਿੰਦਗੀ ਦਾ ਖੁਸ਼ੀਆਂ ਨਾਲ ਜੁੜਿਆ ਤਿਉਹਾਰ ਮਨਾਉਣ ਲਈ ਚਲਾਏ ਜਾਂਦੇ ਨੇ, ਪਰ ਇਹਨਾਂ ਦੀ ਗੂੰਜ ਅਤੇ ਗੰਧ ਸਾਹ ਲੈਣਾ ਔਖਾ ਕਰ ਦਿੰਦੀ ਹੈ। ਹਾਦਸਿਆਂ ਤੋਂ ਬਿਨਾਂ ਸਾਹ ਅਤੇ ਚਮੜੀ ਦੀਆਂ ਬਿਮਾਰੀਆਂ ਹੁੰਦੀਆਂ ਨੇ। ਪਸ਼ੂ ਪੰਛੀ ਖੌਫਜ਼ਦਾ ਹੋ ਜਾਂਦੇ ਨੇ, ਬੇਲ ਬੂਟੇ ਮੁਰਝਾ ਜਾਂਦੇ ਨੇ। ਸ਼ਰਧਾ ਅਤੇ ਪ੍ਰਦੂਸ਼ਣ ਦੀ ਇਸ ਉਲਝਣ ਨੂੰ ਕਿਵੇਂ ਸਮਝਿਆ ਜਾਏ? 14 ਸਾਲ ਦਾ ਬਨਵਾਸ ਕੱਟ ਕੇ ਭਗਵਾਨ ਰਾਮਚੰਦਰ ਅਯੋਧਿਆ ਪਰਤੇ ਤਾਂ ਖੁਸ਼ੀ ਵਿੱਚ ਦੀਵੇ ਜਲਾਏ ਗਏ। ਗੁਰੂ ਹਰਗੋਬਿੰਦ ਸਿੰਘ ਨੂੰ ਜਹਾਂਗੀਰ ਨੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ। ਗੁਰੂ ਹਰਗੋਬਿੰਦ ਨੇ ਆਪਣੀ ਮੁਕਤੀ ਦੇ ਨਾਲ ਹੀ ਦੂਜੇ ਕੈਦੀਆਂ ਦੀ ਰਿਹਾਈ ਯਕੀਨੀ ਬਣਾਈ। ਇਸ ਰਿਹਾਈ ਦੀ ਖੁਸ਼ੀ ਦੀਵੇ ਜਲਾ ਕੇ ਮਨਾਈ ਗਈ। ਕੁੱਲ ਮਿਲਾ ਕੇ ਹਨੇਰੇ ਉੱਤੇ ਰੋਸ਼ਨੀ ਦੀ ਜਿੱਤ ਦਾ ਪ੍ਰਤੀਕ ਬਣਿਆ ਤਿਉਹਾਰ ਦੀਵਾਲੀ। ਮੱਸਿਆ ਦੀ ਰਾਤ ਦੀਵਿਆਂ ਦੀ ਰੋਸ਼ਨੀ ਵਿੱਚ ਇਹ ਤਿਉਹਾਰ ਮਨਾਉਣ ਦੀ ਪਿਰਤ ਸਦੀਆਂ ਪੁਰਾਣੀ ਹੋ ਗਈ ਹੈ। ਬਿਜਲੀ ਦੇ ਦੌਰ ਵਿੱਚ ਵੀ ਦੀਵੇ ਮੋਮਬੱਤੀਆਂ ਜਗਾਉਣ ਦੀ ਪਿਰਤ ਜਾਰੀ ਹੈ। ਦੀਵਾਲੀ ਦਾ ਸਭ ਤੋਂ ਅਹਿਮ ਜਸ਼ਨ ਪਟਾਕਿਆਂ, ਫੁੱਲਝੜੀਆਂ ਅਤੇ ਚੱਕੀਆਂ ਅਨਾਰਾਂ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਹਨਾਂ ਪਟਾਕਿਆਂ ਨਾਲ ਜਿੱਥੇ ਆਵਾਜ਼ ਪ੍ਰਦੂਸ਼ਣ ਹੁੰਦਾ ਹੈ, ਉੱਥੇ ਰਸਾਇਣਿਕ ਪ੍ਰਦੂਸ਼ਣ ਵੀ ਹੁੰਦਾ ਹੈ। ਹਵਾ ਵਿੱਚ ਘੁਲਿਆ ਪਟਾਸ਼ ਸਾਹ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਹਰ ਜੀਅ ਨੂੰ ਸਾਹ ਲੈਣ ਵਿੱਚ ਔਖ ਹੁੰਦੀ ਹੈ। ਪਸ਼ੂ ਪੰਛੀ ਸਹਿਮ ਜਾਂਦੇ ਨੇ। ਹਨੇਰੇ ਉੱਤੇ ਰੋਸ਼ਨੀ ਅਤੇ ਖੌਫ ਉੱਤੇ ਹੌਸਲੇ ਦੀ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਅਸੀਂ ਧਰਤੀ ਉੱਤੇ ਆਪਣੇ ਸਦਾ ਸਾਥੀ ਰਹੇ ਪਸ਼ੂਆਂ ਪੰਛੀਆਂ ਨੂੰ ਖੌਫਜ਼ਦਾ ਕਰਦੇ ਹਾਂ। ਇੱਕ ਤਰ੍ਹਾਂ ਨਾਲ ਪਸ਼ੂਆਂ ਪੰਛੀਆਂ ਨੂੰ ਸਹਿਮ ਦਾ ਬਨਵਾਸ ਮਿਲ ਜਾਂਦਾ ਹੈ। ਪਟਾਕੇ ਕਈ ਹਾਦਸਿਆਂ ਦਾ ਸਬੱਬ ਬਣਦੇ ਨੇ। ਦਿਲ ਦੇ ਮਰੀਜ਼ਾਂ ਲਈ ਪਟਾਕਿਆਂ ਦੀ ਆਵਾਜ਼ ਤਹਿਲਾਉਣ ਵਾਲੀ ਹੁੰਦੀ ਹੈ। ਕਈ ਸਾਲਾਂ ਤੋਂ ਪਟਾਕਿਆਂ ਦੇ ਨੁਕਸਾਨਦੇਹ ਪੱਖ ਉੱਤੇ ਲੋਕਾਂ ਨੂੰ ਜਾਗਰੂਕ ਕਰਨ ਦੀਆਂ ਮੁਹਿੰਮਾਂ ਚੱਲ ਰਹੀਆਂ ਨੇ, ਪਰ ਦੀਵਾਲੀ ਦੇ ਦਿਨਾਂ ਵਿੱਚ ਇਹ ਮੁਹਿੰਮਾਂ ਨਜ਼ਰਅੰਦਾਜ਼ ਹੋ ਜਾਂਦੀਆਂ ਨੇ। ਸਵਾਲ ਇਹੋ ਹੈ ਕਿ ਤਿਉਹਾਰ ਰੋਸ਼ਨੀਆਂ ਦਾ ਮਨਾਇਆ ਜਾਂਦਾ ਹੈ, ਪਰ ਵਿਗਿਆਨ ਦੀ ਰੋਸ਼ਨੀ ਤੋਂ ਅਸੀਂ ਕੰਨੀ ਕਤਰਾ ਰਹੇ ਹਾਂ। ਤਿਉਹਾਰ ਆਜ਼ਾਦੀ ਦਾ ਮਨਾਇਆ ਜਾ ਰਿਹਾ ਹੈ ਅਤੇ ਪਸਾਰਾ ਬਿਮਾਰੀਆਂ ਦਾ ਕੀਤਾ ਜਾ ਰਿਹਾ ਹੈ। ਅਸੀਂ ਰੋਸ਼ਨੀ ਦੇ ਤਿਉਹਾਰ ਨੂੰ ਵਿਗਿਆਨ ਦੀ ਰੋਸ਼ਨੀ ਵਿੱਚ ਕਿਉਂ ਨਹੀਂ ਮਨਾ ਸਕਦੇ? ਤਿਉਹਾਰ ਮਨਾਉਣਾ ਹੈ ਤਾਂ ਇਸ ਵਿੱਚ ਜ਼ਿੰਦਗੀ ਦਾ ਜਸ਼ਨ ਮਨਾਇਆ ਹੀ ਜਾਏਗਾ, ਪਰ ਜੇ ਤਿਉਹਾਰ ਦਾ ਜਸ਼ਨ ਜ਼ਿੰਦਗੀ ਦਾ ਅਪਮਾਨ ਜਾਪਣ ਲੱਗੇ ਤਾਂ ਇਸ ਨੂੰ ਕੀ ਕਿਹਾ ਜਾਏ? ਤਿਉਹਾਰ ਅਸੀਂ ਮਨਾਉਣੇ ਨੇ, ਇਹ ਸਾਡੇ ਲਈ ਅਹਿਮ ਨੇ, ਪਰ ਇਹਨਾਂ ਦਾ ਜਸ਼ਨ ਸਾਡੀਆਂ ਪ੍ਰਾਪਤੀਆਂ ਦਾ ਜਸ਼ਨ ਹੈ। ਇਹ ਜਸ਼ਨ ਸਾਡੀਆਂ ਮੁਸ਼ਕਲਾਂ ਵਿੱਚ ਵਾਧਾ ਕਿਉਂ ਕਰਦਾ ਹੈ? ਕੀ ਪਟਾਖਿਆਂ ਦੀਆਂ ਆਵਾਜ਼ਾਂ ਅਤੇ ਗੰਧ ਨੂੰ ਜਸ਼ਨ ਕਿਹਾ ਜਾਣਾ ਚਾਹੀਦਾ ਹੈ? ਇਹਨਾਂ ਸਵਾਲਾਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਅਰੁਣਾ ਭਾਰਦਵਾਜ, ਜੋ ਗੁਰੂਕੁਲ ਗਲੋਬਲ ਸਕੂਲ ਦੇ ਪ੍ਰਿੰਸੀਪਲ ਨੇ, ਬਲਜਿੰਦਰ ਕੌਰ, ਜੋ ਸਰਕਾਰੀ ਸਕੂਲ ਚੰਡੀਗੜ੍ਹ ਸੈਕਟਰ 46 ਵਿੱਚ ਪੜ੍ਹਾਉਂਦੇ ਨੇ, ਪਿਆਰੇ ਲਾਲ ਗਰਗ, ਜੋ ਡਾਕਟਰ ਨੇ ਅਤੇ ਸਮਾਜਿਕ ਕਾਰਕੁਨ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਅਰੁਣਾ ਜੀ, ਮੈਂ ਤੁਹਾਡੇ ਤੋਂ ਸ਼ੁਰੂ ਕਰਾਂਗਾ ਕਿ ਇਸ ਮੁੱਦੇ 'ਤੇ ਲਗਾਤਾਰ ਹਰੇਕ ਸਾਲ ਜਾਗਰੂਕਤਾ ਮੁਹਿੰਮ ਚੱਲਦੀ ਹੈ। ਤੁਹਾਡੇ ਸਕੂਲ ਦੇ ਵਿੱਚ ਕਿਸ ਕਿਸਮ ਦੀ ਮੁਹਿੰਮ ਚੱਲਦੀ ਹੈ ਅਤੇ ਕਿੰਨਾ ਕੁ ਉਹਦਾ ਅਸਰ ਬੱਚਿਆਂ 'ਤੇ ਹੋਇਆ? ਕਿੰਨਾ ਪਟਾਕੇ ਘਟੇ ਜਾਂ ਵਧੇ? ਦਲਜੀਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹਾਂਗੀ ਕਿ ਬੱਚਿਆਂ 'ਚ ਬਹੁਤ ਜ਼ਿਆਦਾ ਜਾਗਰੂਕਤਾ ਦੇਖੀ ਹੈ ਮੈਂ ਇਸ ਵਾਰੀ, ਸਪੈਸ਼ਲੀ ਇਸ ਵਾਰੀ, ਕਿਉਂਕਿ ਸ਼ਹਿਰ ਵਿੱਚ ਹੀ 10-15 ਦਿਨ ਦਾ ਕੋਈ ਇੱਕ ਪੂਰਾ ਕੈਂਪੇਨ ਚਲਾਇਆ ਗਿਆ ਕਿ ਉਸ ਦੌਰਾਨ ਪਟਾਕੇ ਨਹੀਂ ਚਲਾਣੇ। ਅਸੀਂ ਵੀ ਪਲੈਜ ਵੀ ਲਈ ਹਾਂ ਔਰ ਯੁਵ ਸੱਤਾ ਇੱਥੇ ਹੈਗਾ ਸਾਡਾ NGO ਹੈ, ਜਿਨ੍ਹਾਂ ਨਾਲ ਮਿਲ ਕੇ, ਪਰਿਆਵਰਨ ਡਿਪਾਰਟਮੈਂਟ ਨਾਲ ਮਿਲ ਕੇ ਅਸੀਂ ਇਹ ਕੈਂਪੇਨ ਚਲਾਇਆ। ਔਰ ਬੱਚਿਆਂ 'ਚ ਇੱਕ ਜਿਹੜੀ ਖਾਸ ਗੱਲ ਦੇਖੀਏ, ਛੋਟੇ ਤੋਂ ਛੋਟੇ ਬੱਚੇ ਸਿਰਫ ਇਹੀ ਗੱਲ ਸੀ ਕਿ ਅਸੀਂ ਪਟਾਕੇ ਨਹੀਂ ਚਲਾਵਾਂਗੇ। ਸਕੂਲ ਦੇ ਜਾਣ ਤੋਂ ਪਹਿਲੇ, ਛੁੱਟੀਆਂ ਤੋਂ ਜਾਣ ਤੋਂ ਪਹਿਲੇ ਸਾਰੇ ਬੱਚਿਆਂ 'ਚ ਇਹੀ ਸੀਗਾ ਕਿ ਅਸੀਂ ਪਟਾਕੇ ਨਹੀਂ ਚਲਾਣੇ। ਲੇਕਿਨ ਮੈਂ ਜਦੋਂ ਦੀਵਾਲੀ ਦੇ ਦੌਰਾਨ ਵੀ ਵਰ ਮੂਵਿੰਗ ਅਰਾਊਂਡ ਤਾਂ ਇਹ ਦੇਖਿਆ ਕਿ ਪੀਅਰ ਪ੍ਰੈਸ਼ਰ ਵੀ ਕੋਈ ਚੀਜ਼ ਹੈ। ਅਗਰ ਇਹ ਜਿਹੜੀ ਗੱਲ ਹੈ, ਇਹ ਜਿਹੜਾ ਅਸੀਂ ਮੈਸੇਜ ਹੈ ਅਸੀਂ ਸਾਰਿਆਂ ਨੂੰ ਦੇ ਦਈਏ, ਅਗਰ ਵੱਡੇ ਥੋੜ੍ਹੇ ਜਿਹੇ ਸਮਝ ਜਾਣ ਕਿ ਜੋ ਬੱਚੇ ਕਹਿ ਰਹੇ ਉਹ ਠੀਕ ਕਹਿ ਰਹੇ, ਪਟਾਕਿਆਂ ਤੋਂ ਬਿਨਾਂ ਵੀ ਦੀਵਾਲੀ ਹੋ ਸਕਦੀ ਹੈ ਜਾਂ ਪਟਾਕਿਆਂ ਤੋਂ ਬਿਨਾਂ ਵੀ ਦੁਸ਼ਹਿਰਾ ਹੋ ਸਕਦਾ ਹੈ, ਤਾਂ ਮੈਨੂੰ ਲੱਗਦਾ ਹੈ ਕਿ ਬੱਚੇ ਇਸ ਗੱਲ ਨੂੰ ਜ਼ਿਆਦਾ ਅੱਛੀ ਤਰ੍ਹਾਂ ਸਮਝ ਪਾਉਣਗੇ। ਕਿਉਂਕਿ ਜਦੋਂ ਉਹਨਾਂ ਨੇ ਆਪਣੇ ਮੰਮੀ ਪਾਪਾ ਨੂੰ ਕਿਹਾ ਜਾਂ ਕੁਛ ਹੀ ਹੈ, ਤਾਂ ਅਗਰ ਉਹ ਸਾਰੇ ਇਸ ਗੱਲ ਨੂੰ ਸਾਥ ਦੇਣ ਔਰ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨ ਕਿ ਪਟਾਕੇ ਸਿਰਫ ਰਿਵਾਜ਼ ਨਹੀਂ ਹੈ, ਪਟਾਕਿਆਂ ਨਾਲ ਅਸੀਂ ਬਹੁਤ ਜ਼ਿਆਦਾ ਨੁਕਸਾਨ ਕਰ ਰਹੇ ਹਾਂ, ਔਰ ਉਹ ਸਕੂਲਾਂ ਦੇ ਨਾਲ ਅਗਰ ਮਿਲ ਕੇ ਚੱਲਣ ਔਰ ਬੱਚਿਆਂ ਨੂੰ ਲੌਜੀਕਲੀ ਸਮਝਾਉਣ ਕਿ ਪਟਾਕੇ ਨਹੀਂ ਚਲਾਣੇ, ਤਾਂ ਮੈਨੂੰ ਲੱਗਦਾ ਹੈ ਕਿ ਇਹ ਬਿਲਕੁਲ ਸਕਸੈਸਫੁਲ ਹੋ ਸਕਦਾ ਹੈ ਕੈਂਪੇਨ ਔਰ ਬੱਚੇ ਨਹੀਂ ਚਲਾਉਣਗੇ ਪਟਾਕੇ। ਪਰ ਇਸ ਵਾਰ ਜਿਵੇਂ ਤੁਸੀਂ ਕਿਹਾ ਕਿ ਜਿਹੜਾ ਪੀਅਰ ਪ੍ਰੈਸ਼ਰ ਹੈ, ਜਦੋਂ ਬੱਚੇ ਘਰਾਂ ਦੇ ਵਿੱਚ ਜਾਂਦੇ ਨੇ, ਉਹਨਾਂ ਦੇ ਗੁਆਂਢੀਆਂ ਦਾ ਜੋ ਉਹਨਾਂ ਦੇ ਉੱਤੇ ਅਸਰ ਹੈ, ਜੋ ਮਾਪਿਆਂ ਦਾ ਅਸਰ ਹੈ, ਜੋ ਹੋਰ ਪਟਾਕੇ ਚਲਾਉਣ ਵਾਲਿਆਂ ਦਾ ਅਸਰ ਹੈ, ਉਹਦੇ ਕਾਰਨ ਜਿਹੜੀ ਮੁਹਿੰਮ ਹੈ ਉਹ ਉਨੀ ਅਚੀਵਮੈਂਟ ਨਹੀਂ ਕਰ ਸਕੀ ਜਿੰਨੀ ਤੁਸੀਂ ਤਵੱਕੋ ਕਰਦੇ ਸੀ। ਹਾਂਜੀ ਬਿਲਕੁਲ, ਸਾਨੂੰ ਲੱਗ ਰਿਹਾ ਸੀ ਕਿ ਇਸ ਵਾਰੀ ਬੱਚੇ ਪਲੈਜ, ਕਿਉਂਕਿ ਜਗ੍ਹਾ ਜਗ੍ਹਾ ਬੱਚੇ ਇਹੀ ਕਹਿ ਰਹੇ ਸੀ ਪਟਾਕੇ ਨਹੀਂ ਚਲਾਣੇ। ਦੀਵਾਲੀ ਵਾਲੇ ਦਿਨ ਤੱਕ ਇਹ ਗੱਲ ਸੀ ਕਿ ਪਟਾਕੇ ਨਹੀਂ ਚਲਾਣੇ,
ਪਰ ਜਦੋਂ ਸ਼ਾਮ ਹੋਈ ਸ਼ਾਮੀ ਉਹਨਾਂ ਨੇ ਦੇਖਣਾ, ਹਾਲਾਂਕਿ ਨੰਬਰ ਜ਼ਰੂਰ ਘਟਿਆ ਹੋਏਗਾ, ਦੈਟ ਆਈ ਐਮ 100% ਸ਼ੋਰ ਕਿ ਇਸ ਗੱਲ ਦਾ ਗਿਆਨ ਜਿਹੜਾ ਇਹਨਾਂ ਨੂੰ ਮਿਲਿਆ ਹੈ, ਇਸ ਤੋਂ ਨੰਬਰ ਜ਼ਰੂਰ ਘਟ ਗਿਆ ਹੋਏਗਾ। ਲੇਕਿਨ ਸ਼ਾਮੀ ਜਦੋਂ ਉਹਨਾਂ ਨੇ ਦੇਖਿਆ, ਕਿਉਂਕਿ ਬਿਊਟੀ ਫੈਸੀਨੇਟ ਕਰਦੀ ਹੈ ਉਹਨਾਂ ਨੂੰ, ਬੱਚਿਆਂ ਨੂੰ ਵੀ ਲੱਗਦਾ ਹੈ ਕਿ ਠੀਕ ਹੈ ਪਟਾਕੇ ਅੱਛੇ ਲੱਗ ਰਹੇ, ਤੇ ਜਦੋਂ ਸ਼ਾਮੀ ਦੇਖਿਆ ਉਹਨਾਂ ਦੇ ਫਰੈਂਡ ਚਲਾ ਰਹੇ, ਸਾਰੇ ਫਰੈਂਡਸ ਇਕੱਠੇ ਹੋ ਕੇ ਪਟਾਕਿਆਂ ਦੀ ਪਾਰਟੀ ਕਰ ਰਹੇ ਕਿ ਅਸੀਂ, ਤੂੰ ਇੰਨੇ ਪਟਾਕੇ ਲੈ ਕੇ ਆਇਆ, ਮੈਂ ਇੰਨੇ ਪਟਾਕੇ ਲੈ ਕੇ ਆਇਆ, ਤੁਸੀਂ ਕਿੰਨੇ ਪਟਾਕੇ ਲੈ ਕੇ ਆਏ ਹੋ। ਫਿਰ ਉਸੇ ਜਿਹੜਾ ਸੀਗਾ ਉਹ ਥੋੜਾ ਉਹਨਾਂ ਸਕਸੈਸ ਨਹੀਂ ਮਿਲ ਸਕੀ ਸਾਨੂੰ। ਬਟ ਆਈ ਐਮ ਕੁਆਇਟ ਹੋਪਫੁਲ ਕਿ ਅਗਰ ਪੇਰੈਂਟਸ ਇਸ ਵਿੱਚ ਜਾਂ ਜਿਹੜੇ ਨਾਰਮਲ ਸਿਟੀਜ਼ਨ ਹੈਗੇ ਅਸੀਂ ਸਾਥ ਦੇਣਗੇ ਤੇ ਇਹ ਜ਼ਰੂਰ ਕਾਮਯਾਬ ਹੋ ਜਾਏਗਾ। ਕੁੱਲ ਮਿਲਾ ਕੇ ਇਹ ਹੈ ਕਿ ਜਿਹੜੀ ਮੁਹਿੰਮ ਸਕੂਲਾਂ ਦੇ ਅੰਦਰ ਚੱਲਦੀ ਹੈ ਉਹਨੂੰ ਸਮਾਜ ਦੇ ਵਿੱਚ ਲਿਜਾਣ ਦੀ ਲੋੜ ਹੈ, ਫਿਰ ਇਹ ਅਸਰਦਾਰ ਹੋ ਸਕਦੀ ਹੈ। ਬਲਜਿੰਦਰ ਜੀ, ਤੁਸੀਂ ਕੈਮਿਸਟਰੀ ਪੜ੍ਹਾਉਂਦੇ ਹੋ ਤੇ ਤੁਹਾਡੇ ਸਕੂਲ ਦੇ ਵਿੱਚ ਇੱਕ ਈਕੋ ਕਲੱਬ ਚੱਲਦਾ। ਈਕੋ ਕਲੱਬ ਜਿਹੜਾ ਤੁਹਾਡਾ ਹੈਗਾ ਉਹ ਇਸ ਮਸਲੇ ਦੇ ਉੱਤੇ ਕਿਸ ਕਿਸਮ ਦੀ ਸਰਗਰਮੀ ਕਰਦਾ ਹੈ, ਕਿਵੇਂ ਵਿਦਿਆਰਥੀਆਂ ਨੂੰ ਜਾਗਰੂਕਤਾ ਪਹੁੰਚਾਉਂਦਾ ਹੈ? ਜਿਸ ਤਰ੍ਹਾਂ ਕਿ ਮੈਮ ਅਰੁਣਾ ਜੀ ਨੇ ਕਿਹਾ ਸਰ, ਅਸੀਂ ਵੀ ਸਾਡੇ ਸਕੂਲ ਦੁਸ਼ਹਿਰੇ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹਾਂ ਇਹ ਮੁਹਿੰਮ ਕਿ ਬੱਚਿਆਂ ਦੇ ਮਨ ਵਿੱਚ ਅੱਛੀ ਤਰ੍ਹਾਂ ਇਹ ਗੱਲ ਅਸਰ ਕਰ ਜਾਏ ਕਿ ਆਪਾਂ ਪਟਾਕੇ ਬਿਲਕੁਲ ਨਹੀਂ ਚਲਾਣੇ, ਕਿਉਂਕਿ ਸਰ ਜੇ ਆਪਾਂ 1-2 ਦਿਨ ਗੱਲ ਕਹੀਏ ਤਾਂ ਬੱਚੇ ਛੋਟੇ ਆ ਭੁੱਲ ਜਾਂਦੇ, ਇਸ ਕਰਕੇ ਉਹਨਾਂ ਨੂੰ ਲਗਾਤਾਰ ਯਾਦ ਕਰਾਉਣ ਦੀ ਲੋੜ ਪੈਂਦੀ ਹੈ। ਇਸ ਕਰਕੇ ਅਸੀਂ 15 ਤੋਂ 20 ਦਿਨ ਇਹ ਮੁਹਿੰਮ ਚਲਾਉਂਦੇ ਹਾਂ ਤੇ ਬੱਚੇ ਉਹਦੇ ਵਿੱਚ ਬਹੁਤ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ। ਜੀ ਅੱਛਾ, ਮੈਨੂੰ ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਵਿਦਿਆਰਥੀਆਂ ਨੂੰ ਇਹ ਕਹਿੰਦੇ ਹੋ ਕਿ ਆਪਾਂ ਪਟਾਕੇ ਨਹੀਂ ਚਲਾਉਣੇ, ਹਾਂਜੀ, ਤੁਸੀਂ ਕੀ ਕਾਰਨ ਦੱਸਦੇ ਹੋ ਕਿ ਕਿਉਂ ਨਹੀਂ ਚਲਾਉਣੇ? ਬੱਚਿਆਂ ਨੂੰ ਉਹਦੇ ਜਿੰਨੇ ਵੀ ਹਾਰਮਫੁਲ ਇਫੈਕਟਸ ਹੈ ਉਹਨਾਂ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਇਸ ਨਾਲ ਨੋਇਜ਼ ਪੋਲਿਊਸ਼ਨ ਹੋਏਗੀ, ਸੋਇਲ ਪੋਲਿਊਸ਼ਨ ਹੋਏਗੀ, 에ਅਰ ਪੋਲਿਊਸ਼ਨ ਹੋਏਗੀ। ਜਿਹੜੇ ਉਹਨਾਂ ਦੇ ਘਰ 'ਚ ਬਜ਼ੁਰਗ ਹੈ, ਬੱਚੇ ਖੁਦ ਆ ਕੇ ਦੱਸਦੇ ਹੈ ਕਿ ਜਿਹੜੇ ਬਜ਼ੁਰਗ ਹੁੰਦੇ ਹੈ ਉਹਨਾਂ ਨੂੰ ਹਾਰਟ ਅਟੈਕ ਵੀ ਹੋ ਸਕਦਾ ਹੈ। ਬੱਚੇ ਆ ਕੇ ਦੱਸਦੇ ਹੈ ਕਿ ਮੈਮ ਜਿਹੜੇ ਸਾਡੇ ਘਰ 'ਚ ਐਲਡਰ ਪੀਪਲ ਹੈ ਦੇ ਆਲਵੇਜ਼ ਡੋਂਟ ਫੀਲ ਲਾਈਕ that Diwali should come, ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਅਨਈਜ਼ੀ ਫੀਲ ਹੁੰਦਾ ਹੈ, ਉਹਨਾਂ ਦੀ ਐਂਗਜ਼ਾਈਟੀ ਵੱਧ ਜਾਂਦੀ ਹੈ, ਨੀਂਦ ਨਹੀਂ ਆਉਂਦੀ। ਇਹ ਸਾਰੇ ਜਿਹੜੇ ਡਰਾਬੈਕਸ ਹੈ ਪਟਾਕਿਆਂ ਦੇ, ਇਹ ਅਸੀਂ ਰੈਗੂਲਰ ਅਸੈਂਬਲੀ ਦੇ ਵਿੱਚ ਬੱਚਿਆਂ ਨੂੰ ਦੱਸਦੇ ਹਾਂ। ਇਹ ਵੀ ਦੱਸਦੇ ਹਾਂ ਕਿ ਕਿੰਨੀ ਹਾਰਮਫੁਲ ਗੈਸਿਸ ਇਹਦੇ ਨਾਲ ਨਿਕਲਦੀਆਂ ਹੈ ਜਾਂ ਗਲੋਬਲ ਵਾਰਮਿੰਗ ਹੋ ਜਾਂਦੀ ਹੈ ਇਸ ਤੋਂ ਬਾਅਦ ਵੀ। ਤੇ ਇਹ ਸਾਰੇ ਜਿਹੜੇ ਹਾਰਮਫੁਲ ਇਫੈਕਟਸ ਹੈ ਬੱਚਿਆਂ ਨੂੰ ਬਾਰ-ਬਾਰ ਅਸੀਂ ਯਾਦ ਕਰਾਉਂਦੇ ਰਹਿੰਦੇ ਹਾਂ। ਬੱਚੇ ਖੁਦ ਵੀ ਆ ਕੇ ਅਸੈਂਬਲੀ ਦੇ ਵਿੱਚ ਆਪਣੇ ਗਰੁੱਪਸ ਨੂੰ ਦੱਸਦੇ हैं, क्योंकि एज मैम सैड कि पीयर प्रेशर है दैट प्लेज अ वाइटल रोल। सो वॉट वी डू कि साढ़े ਜਿਹੜੇ ਬੱਚੇ ਹੈ ਉਹ ਬੱਚੇ ਹੀ ਆ ਕੇ ਅੱਗੇ ਆ ਕੇ ਉਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹੈ ਤਾਂ ਕਿ ਉਹਨਾਂ ਦੇ ਫਰੈਂਡਸ ਜਿਹੜੇ ਹੈ ਉਹ ਇਸ ਗੱਲ ਨੂੰ ਮੰਨ ਲੈਣ ਕਿ ਪਟਾਕੇ ਵਾਕਈ ਹਾਰਮਫੁਲ ਹੈ। ਜੀ ਡਾਕਟਰ ਗਰਗ, ਜਦੋਂ ਆਮ ਤੌਰ 'ਤੇ ਪਟਾਕਿਆਂ ਦੀ ਗੱਲ ਹੁੰਦੀ ਹੈ 3-4 ਮਸਲੇ ਵਿਚਾਰੇ ਜਾਂਦੇ ਨੇ ਕਿ ਇਹਦੇ ਨਾਲ ਹਵਾ ਦਾ ਪ੍ਰਦੂਸ਼ਣ ਹੁੰਦਾ ਹੈ, ਇਹਦੇ ਨਾਲ ਆਵਾਜ਼ ਦਾ ਪ੍ਰਦੂਸ਼ਣ ਹੁੰਦਾ ਹੈ, ਇਹਦੇ ਨਾਲ ਮਿੱਟੀ ਦਾ ਪ੍ਰਦੂਸ਼ਣ ਹੁੰਦਾ ਹੈ, ਜਾਂ ਇਹਦੇ ਨਾਲ ਜਿਹੜੇ ਬਜ਼ੁਰਗ ਨੇ ਉਹ ਸਹਿਮ ਜਾਂਦੇ ਨੇ, ਜਾਂ ਮਤਲਬ ਕੁਛ ਬਿਮਾਰੀਆਂ ਲੱਗਦੀਆਂ ਨੇ। ਲੱਗਦਾ ਇੱਦਾਂ ਕਿ ਵੀ ਜਿਹੜਾ ਪਟਾਕੇ ਚਲਾਉਣ ਵਾਲਾ ਆਪਾਂ ਉਹਨੂੰ ਇਹ ਕਹਿ ਰਹੇ ਹਾਂ ਕਿ ਵੀ ਤੂੰ ਪਟਾਕੇ ਨਾ ਚਲਾ, ਬਾਕੀਆਂ ਨੂੰ ਪਰੇਸ਼ਾਨੀ ਹੋਏਗੀ। ਮੈਨੂੰ ਇਹ ਦੱਸੋ ਕਿ ਵੀ ਜਦੋਂ ਪਟਾਕੇ ਚੱਲਦੇ ਨੇ, ਪਟਾਕੇ ਚਲਾਉਣ ਵਾਲੇ ਤੋਂ ਲੈ ਕੇ ਬਾਕੀਆਂ ਤੱਕ ਕੀ ਅਸਰ ਪੈਂਦੇ ਨੇ ਸਿਹਤ ਦੇ ਪੱਖ ਤੋਂ? ਦੇਖੋ, ਜਿਹੜਾ ਚਲਾਉਣ ਵਾਲਾ ਸਭ ਤੋਂ ਨੇੜੇ ਤਾਂ ਉਹ ਹੈ, ਸਭ ਤੋਂ ਜ਼ਿਆਦਾ ਧੂੰਆਂ ਉਹਦੇ 'ਤੇ ਹੈ ਜੀ। ਇਹ ਸਿਰਫ ਇਹ ਹੈ ਕਿਉਂਕਿ ਉਹ ਬਹੁਤਾ ਵਾਰੀ ਨੌਜਵਾਨ ਹੁੰਦਾ ਜੀ ਤੇ ਉਮਰ ਐਸੀ ਹੁੰਦੀ ਹੈ ਜਿਹਦੇ 'ਚ ਉਹਨੂੰ ਇਮੀਡੀਏਟ ਤੁਰੰਤ ਨਹੀਂ ਪਤਾ ਲੱਗਦਾ ਕਿ ਮੇਰੇ ਅੰਦਰ ਕਿੰਨੀਆਂ ਜਿਹੜੀਆਂ ਪੋਲਿਊਸ਼ਨ ਚਲੀ ਗਈ ਹੈ, ਚਾਹੇ ਹੈਵੀ ਮੈਟਲਸ ਗਈਆਂ ਨੇ ਜੀ, ਪੋਟਾਸ਼ ਹੈ, ਪੋਟਾਸ਼ ਤੇ ਸਲਫਰ ਦੋਵਾਂ ਨੂੰ ਮਿਲਾ ਕੇ ਠਾ ਪਟਾਕੇ ਪਿੰਡਾਂ 'ਚ ਰਲਾ ਕੇ ਪਾਉਂਦੇ ਸੀ ਜੀ। ਜਿੰਨੇ ਪਟਾਕੇ ਅਸੀਂ ਚਲਾਉਣ ਉਹਦੇ 'ਚ ਸਾਰੀਆਂ ਹੈਵੀ ਮੈਟਲਸ ਨੇ, ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਸਲਫਰ ਡਾਈਆਕਸਾਈਡ, ਨਾਈਟਰਸ ਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ, ਇਹ ਗੈਸਾਂ ਪੈਦਾ ਹੁੰਦੀਆਂ ਨੇ। ਦੂਜਾ ਸਸਪੈਂਡਡ ਪਾਰਟੀਕਲ ਕਹਿੰਦੇ ਅਸੀਂ, ਯਾਨੀ ਕਿ ਕਣ ਹਵਾ ਦੇ ਵਿੱਚ ਲਟਕਦੇ ਨੇ। ਉਹ ਜਿਹੜਾ ਪਟਾਕੇ ਚਲਾ ਰਿਹਾ ਹੈ ਉਹ ਇੱਕ ਤਾਂ ਪਟਾਕੇ 'ਚੋਂ ਜਿਹੜੇ ਕਣ ਨਿਕਲਦੇ ਨੇ ਉਹ ਨਿਕਲਦੇ ਆ, ਇੱਕ ਜਿਹੜੇ ਥੱਲਿਓਂ ਨਾਲ ਉਹਦੇ ਨਾਲ ਮਿੱਟੀ ਉੱਡਦੀ ਹੈ ਉਹਦੇ ਕਣ, ਉਹ ਹਵਾ 'ਚ ਸਸਪੈਂਡਡ ਕਣ ਬਹੁਤ ਜ਼ਿਆਦਾ ਨੇ। ਉਹ ਸਭ ਤੋਂ ਨੇੜੇ ਉਹੀ ਖੜਾ ਸਾਹ ਲੈ ਰਿਹਾ ਜੀ। ਔਰ ਦੂਜੀ ਗੱਲੋਂ ਕਈ ਵਾਰ ਭੱਜ ਕੇ ਚਲਾਉਂਦਾ ਤਾਂ ਹੋਰ ਲੰਬਾ ਸਾਹ ਲੈਂਦਾ ਜੀ, ਉਹਦੇ ਫੇਫੜਿਆਂ ਦੀ ਜੜ ਤੱਕ ਜਾਂਦੇ ਨੇ, ਪਰ ਉਹਨੂੰ ਕਿਉਂਕਿ ਅਜੇ ਤੱਕ ਤੁਰੰਤ ਕੋਈ ਨੁਕਸਾਨ ਨਹੀਂ ਹੁੰਦਾ, ਇਸ ਕਰਕੇ ਉਹਨੂੰ ਪਤਾ ਨਹੀਂ ਲੱਗਦਾ। ਜਿਹੜੇ ਦੂਜੇ ਨੇ ਜਿਨ੍ਹਾਂ ਦਾ ਲੰਗ ਪਹਿਲਾਂ ਹੀ ਕੰਪਰੋਮਾਈਜ਼ ਹੈ, ਜਿਨ੍ਹਾਂ ਦਾ ਫੇਫੜਾ ਜਿਹੜਾ ਪਹਿਲਾਂ ਹੀ ਪੂਰਾ ਸਾਹ ਨਹੀਂ ਲੈ ਸਕਦਾ, ਕਮਜ਼ੋਰ ਹੈ, ਉਹ ਤਾਂ ਕਮਜ਼ੋਰ ਹੈ, ਤੇ ਉਹਦੇ ਵਿੱਚ ਕਮਜ਼ੋਰ ਹੋਣ ਕਰਕੇ ਜੇ ਆਕਸੀਜਨ ਥੋੜੀ ਜਿਹੀ ਵੀ ਘਟ ਜਾਂਦੀ ਹੈ ਤਾਂ ਉਹਨਾਂ ਦਾ ਸਾਹ ਉਖੜ ਜਾਂਦਾ ਹੈ, ਜਿਹਦੇ 'ਚ ਬਜ਼ੁਰਗ, ਸਾਹ ਦੀਆਂ ਬਿਮਾਰੀਆਂ ਵਾਲੇ, ਦੁਨੀਆ ਦੇ ਵਿੱਚ 33% ਸਾਹ ਦੀਆਂ ਬਿਮਾਰੀਆਂ ਨੇ ਜੀ। ਕਰੋਨਿਕ ਰੈਸਪੀਰੇਟਰੀ ਡਿਜ਼ੀਜ਼ ਕਹਿੰਦੇ, ਆਬਸਟਰਕਟਿਵ ਡਿਜ਼ੀਜ਼, ਸਾਹ ਰੁਕਿਆ ਹੁੰਦਾ ਹੈ। ਸੋ ਜਿਨ੍ਹਾਂ ਦਾ ਸਾਹ ਰੁਕਿਆ, ਦਮੇ ਵਾਲੇ ਨੇ, ਖਾਂਸੀ ਵਾਲੇ ਨੇ, ਇੱਕ ਤਾਂ ਉਹਨਾਂ ਨੂੰ ਨੁਕਸਾਨ ਹੋ ਗਿਆ। ਦੂਜਾ ਇਹ ਹੈ ਵੀ ਜਿਹੜਾ ਪਟਾਕੇ ਦਾ ਇੱਕ ਲੱਖ ਸ਼ੋਰ ਹੈ ਜੀ, ਉਹ ਦੇਖਣ ਵਾਲੇ ਨੂੰ ਉਹਨੂੰ ਨਹੀਂ ਪਤਾ। ਮੈਂ ਇਸ ਗੱਲ 'ਚ ਨਹੀਂ ਅਜੇ ਜਾ ਰਿਹਾ ਵੀ ਉਹ ਜਿਹੜਾ ਚਲਾ ਰਿਹਾ ਉਹਨੂੰ ਬਰਨ ਹੋ ਗਏ ਜੀ, ਪਰ ਹਾਦਸਿਆਂ ਵਾਲੀ ਗੱਲ ਨਹੀਂ ਕਰ ਰਿਹਾ, ਹਾਦਸਿਆਂ ਵਾਲੀ ਨਹੀਂ ਕਰ ਰਿਹਾ। ਜਿਹੜਾ ਸ਼ੋਰ ਹੈ ਇਟਸੈਲਫ ਉਹਨੂੰ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਕਿ ਮੇਰੇ ਕੰਨ ਦੇ ਉੱਤੇ ਕੀ ਅਸਰ ਕਰ ਗਿਆ। ਉਹਨੂੰ ਕਈ ਵਾਰੀ 2 ਮਹੀਨੇ ਬਾਅਦ ਪਤਾ ਅੱਛਾ ਮੈਂ ਥੋੜਾ ਜਿਹਾ ਬੋਲਾ, ਮੈਨੂੰ ਉੱਚਾ ਸੁਣਨ ਲੱਗ ਗਿਆ ਜੀ। ਉਹ ਬੱਚੇ ਉਹਦੇ ਵੀ ਨੇੜੇ ਹੁੰਦੇ ਨੇ, ਉਹ ਸ਼ੋਰ ਵੀ ਉਹ ਜ਼ਿਆਦਾ ਸੁਣਦਾ ਜੀ।
ਇਸ ਤੋਂ ਅੱਗੇ ਜਿਹੜਾ ਇੱਕ ਨੁਕਸਾਨ ਆਲੇ ਦੁਆਲੇ ਨਾ, ਇਹ ਤਾਂ ਸੁਣਨ ਵਾਲੇ। ਡਾਕਟਰ ਸਾਹਿਬ, ਮੈਂ ਵਿੱਚ ਇੱਕ ਗੱਲ ਪੁੱਛਣੀ ਹੈ ਕਿ ਕਈ ਵਾਰ ਜਦੋਂ ਮੈਂ ਵਿਆਹਾਂ ਵਿਆਹਾਂ ਦੇ ਉੱਤੇ ਜਾਂਦਾ ਹੈ ਜਾਂ ਕਿਸੇ ਪਾਰਟੀ ਤੇ ਜਾਂਦਾ ਹੈ, ਮੈਨੂੰ ਕਈ ਦਿਨ ਇਹ ਲੱਗਦਾ ਰਹਿੰਦਾ ਕਿ ਮੈਨੂੰ ਉੱਚਾ ਸੁਣਦਾ ਹੈ, ਕਿ ਉਹਦਾ ਵੀ ਆਵਾਜ਼ ਨਾਲ ਹੀ। ਬਿਲਕੁਲ ਠੀਕ ਹੈ, ਇਹੀ ਮੈਂ ਕਹਿਣ ਲੱਗਿਆ ਸੀ ਜੀ, ਵੀ ਇੱਕ ਅਸੀਂ ਟੈਂਪਰੇਰੀ ਡੈਫਨੈਸ ਕਹਿੰਦੇ ਹਾਂ ਜੀ। ਉਹ ਟੈਂਪਰੇਰੀ ਡੈਫਨੈਸ ਕੀ ਹੈ, ਵੀ ਇੱਕ ਲਖਤ ਤੁਹਾਨੂੰ ਜਦੋਂ ਆਵਾਜ਼ ਉੱਚੀ ਆਈ ਤਾਂ ਤੁਹਾਡਾ ਕੰਨ ਆਪਣੇ ਜਿਹੜੇ ਇਹਦੇ ਅੰਦਰ ਨਾ ਇੱਕ ਔਸੀਕਲ ਕਹਿੰਦੇ ਅਸੀਂ, ਇਹ 3 ਹੁੰਦੇ ਨੇ ਹੱਡੀਆਂ, ਉਹ ਹੱਡੀਆਂ ਆਵਾਜ਼ ਨੂੰ ਅੱਗੇ ਟਰਾਂਸਮਿਟ ਕਰਦੀਆਂ ਨੇ, ਉਹ ਹੱਡੀਆਂ ਸਿਥਲ ਹੋ ਜਾਂਦੀਆਂ ਨੇ ਇੰਨੇ ਇੱਕ ਵਕਤ ਨਾਲ, ਪਰਦਾ ਜਿਹੜਾ ਅੰਦਰ ਨੂੰ ਹੋ ਜਾਂਦਾ ਹੈ, ਉਹਦੇ ਕਰਕੇ ਕੁਝ ਦਿਨ ਲਗਾਤਾਰ ਟੈਂਪਰੇਰੀ ਡੈਫਨੈਸ ਰਹਿੰਦੀ ਹੈ, ਜਾਂ ਉੱਚਾ ਸੁਣਦਾ ਜਾਂ ਐਂ ਲੱਗਦਾ ਵੀ ਕੰਨ ਬੁੱਝ ਹੋ ਗਏ। ਸੋ ਇਹ ਉਸ ਦੇ ਉੱਤੇ ਵੀ ਅਸਰ ਹੁੰਦਾ ਹੈ, ਵਿਆਹ ਸ਼ਾਦੀਆਂ ਜਿਹੜੇ ਚਲਾਉਂਦੇ ਉਹਦੇ ਉੱਤੇ ਵੀ ਅਸਰ ਹੁੰਦਾ ਹੈ, ਇਹ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਤੇ ਉਹਨੂੰ ਪਤਾ ਨਹੀਂ ਲੱਗਦਾ। ਜਦ ਇਹ ਵਾਰ-ਵਾਰ ਹੁੰਦਾ ਹਰ ਦੀਵਾਲੀ ਨੂੰ, ਹਰ ਕੋਈ ਗੁਰੂ ਨਾਨਕ ਦੇਵ ਜੀ ਦੇ ਬਰਥਡੇ ਤੇ, ਜਾਂ ਕੋਈ ਹੋਰ ਦੁਸ਼ਹਿਰੇ ਵਾਲੇ ਦਿਨ, ਜਾਂ ਕੋਈ ਵਿਆਹ ਸ਼ਾਦੀਆਂ, ਹੁਣ ਤਾਂ ਵਿਆਹਾਂ ਦੇ ਉੱਤੇ ਬਹੁਤ ਪਟਾਕੇ, ਵਿਆਹਾਂ ਦੇ ਉੱਤੇ ਪਟਾਕੇ ਚਲਾਉਂਦੇ ਰਹਿੰਦੇ ਨੇ, ਤਾਂ ਉਹਨਾਂ ਦੇ ਕੰਨਾਂ ਦਾ ਜਿਹੜੀ ਉਹ ਸਮਰੱਥਾ ਹੈ, ਇੱਕ ਤਾਂ ਉਹੀ ਆਵਾਜ਼ ਪ੍ਰਦੂਸ਼ਣ ਬਹੁਤ ਹੈ ਸੋਸਾਇਟੀ 'ਚ, ਇੱਕ ਇੰਨਾ ਤੇਜ਼ ਆਵਾਜ਼ ਪ੍ਰਦੂਸ਼ਣ ਹੁੰਦਾ ਹੈ ਕਿ ਕੰਨਾਂ ਦੀ ਅਸਲੀ ਸੁਣਤਾ ਘਟ ਗਈ ਹੈ ਤੇ ਵੱਡੀ ਉਮਰ ਜਾ ਕੇ ਪਤਾ ਲੱਗਦਾ ਵੀ ਬੋਲੇ ਹੋ ਗਏ। ਸੁਣ ਰੀਣੇ ਕੰਨ, ਅੱਖੀਂ ਦੇਖ ਪਤੀਨੀਆਂ, ਸੁਣ ਰੀਣੇ ਕੰਨ, ਉਹ ਸੁਣ ਕੇ ਬੋਲੇ ਹੋਣ ਦੀ ਬਜਾਏ ਇਹ ਨੋਇਜ਼ ਨਾਲ ਬੋਲੇ ਹੁੰਦੇ ਨੇ ਜੀ। ਇਹ ਜਿਹੜਾ ਸ਼ੋਰ ਹੈ ਇੰਨਾ ਜ਼ਿਆਦਾ। ਹੁਣ ਅੱਜ ਇਹ ਸਟੱਡੀਜ਼ ਨੇ ਸਾਹਮਣੇ ਕਿ ਸਾਡਾ ਜਿਹੜਾ ਕੰਨ ਹੈ ਇਹ 45 ਡੈਸੀਬਲ, ਇੱਕ ਮਿਣਨ ਦਾ ਤਰੀਕਾ ਹੈ ਆਵਾਜ਼ ਦੀ ਉੱਚਤਾ, ਕਿੰਨੀ ਉੱਚੀ ਆਵਾਜ਼ ਨੂੰ ਅਸੀਂ ਸੁਣ ਸਕਦੇ ਹਾਂ। 45 ਡੈਸੀਬਲ ਤੱਕ ਤੋਂ ਵੱਧ ਸਾਡੇ ਕੰਨ ਤੇ ਆਵਾਜ਼ ਨਹੀਂ ਪੈਣੀ ਚਾਹੀਦੀ ਜੇ ਕੰਨਾਂ ਨੇ ਠੀਕ ਤਰੀਕੇ ਨਾਲ ਕੰਮ ਕਰਨਾ ਤਰੀਕੇ ਨਾਲ। ਪਰ ਦੀਵਾਲੀ ਵਾਲੇ ਦਿਨ ਦਿੱਲੀ ਵਰਗੇ ਸ਼ਹਿਰ ਦੇ ਵਿੱਚ 83 ਡੈਸੀਬਲ ਹੈ ਜੀ, ਕਲਕੱਤੇ ਦੇ ਵਿੱਚ 78 ਡੈਸੀਬਲ ਹੈ ਜੀ, ਬੰਬਈ ਦੇ ਵਿੱਚ 76 ਡੈਸੀਬਲ ਹੈ ਜੀ। ਜੇ ਬੰਬਈ, ਬੰਗੌਰ, ਕਲਕੱਤਾ, ਇਹਨਾਂ ਦੇ ਵਿੱਚ, ਹੈਦਰਾਬਾਦ ਜਿੱਥੇ ਸੋਚਦੇ ਨੇ ਵੀ ਸ਼ਾਇਦ ਘੱਟ ਹੋਣ, ਉੱਥੇ 78 ਡੈਸੀਬਲ ਹੈ। ਸੋ ਜੇ ਦੁੱਗਣੀ ਤਕਰੀਬਨ ਆਵਾਜ਼ ਵਾਲੀ ਆਵਾਜ਼ ਲਗਾਤਾਰ 2, 3, 4, 5 ਘੰਟੇ ਚੱਲਣੀ ਹੈ, ਸ਼ਾਮ ਨੂੰ 7 ਵਜੇ ਤੋਂ ਲੈ ਕੇ 11-12 ਵਜੇ ਤੱਕ, ਤੇ ਫਿਰ ਕੰਨਾਂ ਦਾ ਤਾਂ ਉਹ ਜਿਹੜੇ ਸਾਡੇ ਔਸੀਕਲ ਨੇ, ਜਿਹੜੇ ਹੱਡੀਆਂ ਨੇ, ਆਵਾਜ਼ ਸੁਣਨ ਵਾਲੇ ਯੰਤਰ ਨੇ, ਉਹਨਾਂ ਨੇ ਨਿਹੱਥੇ ਹੋਣੇ ਜੀ। ਇੱਕ ਤਾਂ ਇਹ ਪਾਸਾ ਹੁੰਦਾ ਹੈ। ਦੂਜਾ ਪਾਸਾ ਇਹਦੇ ਨਾਲ ਕੀ ਹੁੰਦਾ ਹੈ ਕਿ ਉਹ ਟੈਨਸ਼ਨ 'ਚ ਰਹਿੰਦੇ ਨੇ ਬੰਦੇ, ਚਾਹੇ ਉਹ ਪਟਾਕੇ ਚਲਾਉਣ ਵਾਲਾ ਹੈ, ਉਹਨੂੰ ਆਪਦਾ ਹੱਥ ਜਲਣ ਦਾ, ਅੱਖਾਂ ਤੇ ਪੈਣ ਦਾ ਡਰ ਹੁੰਦਾ ਹੈ, ਫਿਰ ਉਹ ਲਾ ਕੇ ਫਟਾਫਟ ਪਿੱਛੇ ਭੱਜਦਾ ਜੀ। ਜਦੋਂ ਪਿੱਛੇ ਭੱਜਦੇ ਨੇ, ਇਹ ਕਰਦੇ, ਇਸ ਟੈਨਸ਼ਨ ਦੇ ਨਾਲ ਬਲੱਡ ਪ੍ਰੈਸ਼ਰ ਵਧਣਾ ਜੀ। ਚਾਹੇ ਨੌਜਵਾਨ ਨੂੰ ਆਪਾਂ ਨੂੰ ਲੱਗਦਾ ਵੀ ਇਹ ਨੌਜਵਾਨ ਨੂੰ ਕੀ ਫਰਕ ਪਏਗਾ, 35 ਸਾਲ ਤੇ ਹਾਰਟ ਅਟੈਕ ਤਾਂ ਹੀ ਤਾਂ ਹੋਣ ਲੱਗੇ ਜੀ। ਤੇ ਦੂਜਾ ਜਿਹੜੇ ਹਾਰਟ ਅਟੈਕ ਦੇ ਆਪਣੇ ਮਾਇਓਕਾਰਡ ਇਨਫੈਕਸ਼ਨ, ਜਿਹਨੂੰ ਅਸੀਂ ਕਹਿੰਦੇ, ਜਿਹਨੂੰ ਹਾਰਟ ਅਟੈਕ ਲੋਕ ਕਹਿੰਦੇ ਨੇ, ਦਿਲ ਦਾ ਦੌਰਾ, ਦਿਲ ਦੇ ਦੌਰੇ ਵੱਧ ਪੈਣ ਲੱਗ ਜਾਂਦੇ ਨੇ। ਫਿਰ ਨੀਂਦ ਨਹੀਂ ਆਉਂਦੀ ਰਾਤ ਨੂੰ, ਸਿਰਫ ਪਟਾਕਿਆਂ ਦੇ ਸ਼ੋਰ ਕਰਕੇ ਹੀ ਨੀਂਦ ਨਹੀਂ ਆਉਂਦੀ। ਇੱਕ ਤਾਂ ਹਵਾ 'ਚ ਪ੍ਰਦੂਸ਼ਣ ਹੋ ਗਿਆ, ਉਹਦੇ ਕਰਕੇ ਨਹੀਂ ਆਉਣੀ, ਇੱਕ ਸ਼ੋਰ ਕਰਕੇ ਨੀਂਦ ਨਹੀਂ ਆਉਣੀ। ਇਹ ਨਹੀਂ ਵੀ ਜਿਹੜੇ ਚੱਲ ਰਹੇ ਨੇ, ਜਿਹੜੇ ਚੱਲ ਚੁੱਕੇ, ਜਿਹੜੇ ਕੰਨਾਂ 'ਚ ਜਾ ਚੁੱਕੇ, ਗੂੰਜਦੇ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਜੇ ਨੀਂਦ ਨਹੀਂ ਆਉਂਦੀ ਤਾਂ ਉਹਦੇ ਨਾਲ ਟੈਨਸ਼ਨ ਵੱਧਦੀ ਹੈ, ਤੇ ਉਹਦੇ ਨਾਲ ਮਨ ਦੀ ਬੇਚੈਨੀ ਵਧਣ ਕਰਕੇ ਅਲਸਰ, ਸਾਹ ਦੀਆਂ ਬਿਮਾਰੀਆਂ, ਹੋਰ ਸਾਰੀਆਂ ਬਿਮਾਰੀਆਂ ਸਰੀਰ ਨੂੰ ਵੱਧ ਲੱਗਦੀਆਂ ਜੀ। ਡਾਕਟਰ ਸਾਹਿਬ, ਤੁਹਾਡੀ ਸਾਰੀ ਗੱਲ ਨਾਲ ਨਾ ਮੇਰਾ ਇੱਕ ਮਸਲਾ ਹੱਲ ਹੋ ਗਿਆ ਕਿ ਜਿਸ ਦਿਨ ਮੈਂ ਦਿਨ ਦੇ ਵਿੱਚ ਵਿਆਹ ਜਾਇਆ ਵਾਂ, ਉਸ ਦਿਨ ਮੈਂ ਕੋਸ਼ਿਸ਼ ਕਰਦਾ ਕਿ ਮੈਨੂੰ ਇਹ ਪ੍ਰੋਗਰਾਮ ਨਾ ਕਰਨਾ ਪਵੇ, ਕਿਉਂਕਿ ਕਾਫੀ ਔਖ ਮੈਨੂੰ ਹੁੰਦੀ ਹੈ। ਅਰੁਣਾ ਜੀ, ਜਿਹੜੀ ਆਪਾਂ ਹੁਣ ਤੱਕ ਸਾਰੀ ਗੱਲ ਕੀਤੀ ਹੈ, ਉਹਦੇ ਕੇਂਦਰ ਦੇ ਵਿੱਚ ਮਨੁੱਖ ਹੈ ਕਿ ਤੁਸੀਂ ਬਿਮਾਰ ਹੋ ਸਕਦੇ ਹੋ, ਤੁਹਾਡੇ ਕਾਰਨ ਪ੍ਰਦੂਸ਼ਣ ਹੋ ਰਿਹਾ, ਇੱਕ ਇਹ ਮਸਲਾ ਹੈਗਾ। ਪਰ ਜਦੋਂ ਇਹ ਸਾਰਾ ਇੰਨਾ ਪ੍ਰਦੂਸ਼ਣ ਹੋ ਰਿਹਾ, ਉਸਦਾ ਜਿਹੜਾ ਬਹੁਤ ਸਾਰਾ ਅਸਰ ਹੈ ਉਹ ਪਸ਼ੂਆਂ ਪੰਛੀਆਂ 'ਤੇ ਹੁੰਦਾ, ਦਰਖਤਾਂ ਦੇ ਉੱਤੇ ਹੁੰਦਾ। ਜਦੋਂ ਤੁਸੀਂ ਆਪਣੀ ਜਾਗਰੂਕਤਾ ਮੁਹਿੰਮ ਚਲਾਉਂਦੇ ਹੋ ਤਾਂ ਤੁਸੀਂ ਉਹਦੇ ਵਿੱਚ ਇਹ ਵੀ ਗੱਲ ਕਰਦੇ ਹੋ ਕਿ ਵੀ ਇਹ ਮਨੁੱਖ ਦੇ ਸਦੀਵੀ ਸਾਥੀ ਨੇ, ਇਹਨਾਂ ਨੇ ਸਦਾ ਸਾਡੇ ਨਾਲ ਰਹਿਣਾ, ਅਸੀਂ ਇਹਨਾਂ ਦੀ ਪਰੇਸ਼ਾਨੀ ਦਾ ਕਾਰਨ ਬਣਦੇ ਹਾਂ। ਕਿਵੇਂ ਮੁਹਿੰਮ ਚਲਾਉਂਦੇ ਹੋ ਅਸੀਂ ਦੁਸ਼ਹਿਰੇ ਤੋਂ ਸ਼ੁਰੂ ਹੋ ਜਾਂਦੇ ਹਾਂ ਦਲਜੀਤ ਜੀ। ਬੱਚਿਆਂ ਨੂੰ ਪਿਛਲੀ ਵਾਰੀ ਇੱਕ ਕਿੱਸਾ ਸੁਣਾਉਣਾ ਚਾਹਾਂਗੀ ਤੁਹਾਨੂੰ ਜੀ। ਸਾਡੇ ਸਕੂਲ 'ਚ ਇੱਕ ਰਿਵਾਜ ਸੀ ਕਿ ਬਚਪਨ ਤੋਂ ਦੇਖਦੇ ਆਏ ਸੀ ਤੇ ਐਫਜੀ ਬਰਨ ਕਰਦੇ ਸੀ ਅਸੀਂ ਜੀ। ਔਰ ਸ਼ੁਰੂ ਤੋਂ ਇੱਕ ਰਿਵਾਜ ਸੀਗਾ ਕਿ ਦੁਸ਼ਹਿਰੇ ਤੋਂ ਪਹਿਲੇ ਇੱਕ ਐਫਜੀ ਬਣਾਉਣੀ ਹੈ ਜੀ, ਔਰ ਉਹ ਐਫਜੀ ਬਰਨ ਕਰਨੀ ਹੈ, ਉਹਦੇ 'ਚ ਪਟਾਕੇ ਪਾਣੇ ਔਰ ਬੱਚਿਆਂ ਨੇ ਇੰਜੋਏ ਕਰਨਾ ਜੀ। ਪਿਛਲੀ ਵਾਰੀ ਸਾਡਾ ਵੀ ਇਕੋ ਕਲੱਬ ਹੈ, ਆਰਕਿਡ ਇਕੋ ਕਲੱਬ, ਅਸੀਂ ਬਹੁਤ ਕੰਮ ਕਰਦੇ ਹਾਂ ਪੋਲਿਊਸ਼ਨ ਦੇ ਬਾਰੇ 'ਚ, ਜਾਂ ਸਟਾਪ ਬਰਨਿੰਗ ਲੀਵਸ ਦੇ ਵਾਸਤੇ, ਜਾਂ ਹਰਬਲ ਪਲਾਂਟਸ ਵਗੈਰਾ ਇਸ ਵਾਸਤੇ। ਜਦੋਂ ਐਫਜੀ ਬਰਨ ਹੋ ਰਹੀ ਸੀ ਪਿਛਲੀ ਵਾਰੀ, ਤੇ ਇਕੋ ਕਲੱਬ ਦੇ 2 ਬੱਚੇ ਮੇਰੇ ਕੋਲ ਆਏ ਕੁਆਇਟਲੀ, ਉਹ ਕਹਿੰਦੇ, ਮੈਮ ਡੋਂਟ ਯੂ ਥਿੰਕ ਵੀ ਆਰ ਐਡਿੰਗ ਟੂ ਪੋਲਿਊਸ਼ਨ? This was enough for me to understand that I was totally wrong in decisions, just for enjoyment what I was doing. ਉਹ ਮੇਰੀ ਜਿਹੜੀ ਬਚਪਨ ਕੋਲ ਮਿਲਾ ਕੇ ਜੋ ਆਪਾਂ ਸਾਰਾ ਦਿਨ ਪੜਾਉਨੇ ਆ, ਕਈ ਵਾਰ ਆਪਣੇ ਤੇ ਲਾਗੂ ਨਹੀਂ ਹੋ ਰਿਹਾ ਹੁੰਦਾ। ਬਿਲਕੁਲ ਜੀ, ਬਿਲਕੁਲ ਜੀ। ਉਹ ਉਸੇ ਦਿਨ ਡਿਸਾਈਡ ਕਰ ਲਿਆ ਕਿ ਇਸ ਚੀਜ਼ ਨੂੰ ਜਿਹੜਾ ਹੈ ਉਸੇ ਦਿਨ ਰੋਕਣਾ ਹੈ ਜੀ। ਇਸ ਵਾਰੀ ਦੁਸ਼ਹਿਰੇ ਤੇ ਅਸੀਂ ਬਿਲਕੁਲ ਗ੍ਰੀਨ ਦੁਸ਼ਹਿਰਾ ਸੈਲੀਬ੍ਰੇਟ ਕੀਤਾ, ਡਿਫਰੈਂਟਲੀ ਸੈਲੀਬ੍ਰੇਟ ਕੀਤਾ। ਦੁਸ਼ਹਿਰੇ ਤੇ ਅਸੀਂ ਗਰੀਬ ਬੱਚੇ ਅਡਾਪਟ ਕੀਤੇ, ਰੋਟਰੀ ਕਲੱਬ ਦੇ ਨਾਲ ਕੀਤਾ, ਉਹਨਾਂ ਦੇ ਬੱਚੇ ਬੁਲਾਏ, ਅਸੀਂ ਇੱਕ ਫੰਕਸ਼ਨ ਕੀਤਾ,
ਉਹਨਾਂ ਬੱਚਿਆਂ ਨੂੰ ਪੜਾਉਣ ਦਾ ਬੇਸਿਕਲੀ ਪਰਪਸ ਹੈ ਗੁੱਡ ਓਵਰ ਈਵਲ, ਵਿਕਟਰੀ ਆਫ ਗੁੱਡ ਓਵਰ ਈਵਲ। ਕੁਛ ਨਾ ਕੁਛ ਈਵਲ ਐਸਾ ਚੂਜ਼ ਕਰੋ ਜਿਸ ਉੱਤੇ ਤੁਸੀਂ ਇਸ ਤਰ੍ਹਾਂ ਕੋਈ ਕੰਮ ਕਰੋ ਕਿ ਉਸ ਤੇ ਤੁਸੀਂ ਵਿਕਟਰੀ ਪਾ ਜਾਓ ਜੀ। ਇਹ ਮੈਸੇਜ ਬੱਚਿਆਂ ਨੂੰ ਦਿੱਤਾ ਔਰ ਦੁਸ਼ਹਿਰੇ ਤੇ ਅਸੀਂ ਉਹ ਬੱਚਿਆਂ ਨੂੰ ਅਡਾਪਟ ਕਰਕੇ ਸਾਡੇ ਜਿਹੜੇ ਸਟੂਡੈਂਟ ਕਾਉਂਸਲ ਔਰ ਈਕੋ ਕਲੱਬ ਦੇ ਬੱਚੇ ਉਹਨਾਂ ਨੇ ਇਹ ਫੈਸਲਾ ਲਿਆ ਕਿ ਅਸੀਂ ਇਹਨਾਂ ਨੂੰ ਕੰਪਿਊਟਰ, ਸਾਡਾ ਟੈਕਨੋਲੋਜੀ ਸੈਵੀ ਸਕੂਲ ਹੈ, ਬੱਚਿਆਂ ਨੇ ਫੈਸਲਾ ਲਿਆ ਕਿ ਅਸੀਂ ਇਹਨਾਂ ਨੂੰ ਪੂਰਾ ਸਾਲ ਅਸੀਂ ਹੁਣ ਇਹਨਾਂ ਨੂੰ ਪੜਾਉਣਾ ਹੈ, ਕੰਪਿਊਟਰ ਲਿਟਰੇਸੀ ਕਰਵਾਉਣੀ ਹੈ ਜੀ। ਔਰ ਦੂਸਰਾ ਅਸੀਂ ਕੀ ਕੀਤਾ ਕਿ ਹਰਬਲ ਗਾਰਡਨ ਹੈ ਸਾਡਾ, ਉਸ 'ਚੋਂ ਹਰਬਲ ਪਲਾਂਟ ਕੱਢ ਕੇ ਉਹ ਸਾਰੇ ਬੱਚਿਆਂ ਨੂੰ ਦਿੱਤੇ। ਉਹਨਾਂ ਨੇ ਆਪਣੇ ਜਿੱਥੇ ਰੋਟਰੀ 'ਚੋਂ ਜਾਂਦੇ ਉੱਥੇ ਜਾ ਕੇ ਉਹਨਾਂ ਨੇ ਇੱਕ ਕਾਰਨਰ, ਹਰਬਲ ਕਾਰਨਰ ਬਣਾ ਲਿਆ। ਔਰ ਇਹ ਇੱਕ ਮੈਸੇਜ ਕਾਫੀ ਸੀਗਾ ਬੱਚਿਆਂ ਵਾਸਤੇ ਕਿ ਅਗਰ ਅਸੀਂ ਪੋਲਿਊਸ਼ਨ ਨਹੀਂ ਕਰਦੇ ਤਾਂ ਗੁੱਡ ਓਵਰ, ਵਿਕਟਰੀ ਆਫ ਗੁੱਡ ਓਵਰ ਈਵਲ ਕਿਸ ਤਰ੍ਹਾਂ ਹੋ ਸਕਦਾ ਹੈ। ਉਸ ਤਰ੍ਹਾਂ ਅਗਰ ਤੁਸੀਂ ਪਲਾਂਟਸ ਵਗੈਰਾ, ਔਰ ਪਲਾਂਟਸ ਲਈ ਬੱਚੇ ਵੈਸੇ ਹੀ ਬਹੁਤ ਜ਼ਿਆਦਾ ਸੈਂਸਿਟਿਵ ਹੈ ਕਿਉਂਕਿ ਹਰ ਆਪਣੇ ਬੱਚੇ ਨੇ ਆਪਣੇ ਆਪਣੇ ਨਾਂ ਦਾ ਇੱਕ ਪਲਾਂਟ ਲਗਾਇਆ ਹੋਇਆ ਹੈ ਔਰ ਉਹਨਾਂ ਨੂੰ ਪਤਾ ਹੈ ਕਿ ਇਹ ਚੀਜ਼ਾਂ ਤੋਂ ਪਲਾਂਟਸ ਨੂੰ ਅਸੀਂ ਬਚਾਉਣਾ ਹੈ ਜੀ। ਪਹਿਲੇ ਮੈਂ ਜ਼ਿਕਰ ਕੀਤਾ ਸਟਾਪ ਬਰਨਿੰਗ ਲੀਵਸ ਦਾ, ਠੀਕ ਹੈ, ਹੁਣ ਪਟਾਖਿਆਂ ਲਈ ਤਾਂ ਠੀਕ ਹੈ, ਪਰ ਵੈਸੇ ਵੀ ਬੱਚਿਆਂ ਨੂੰ ਪਲਾਂਟਸ ਦੇ ਬਾਰੇ ਔਰ ਟਰੀਜ਼ ਦੇ ਬਾਰੇ ਜਾਗਰੂਕ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸਿਰਫ ਇਹ ਇੱਕ ਤਰੀਕਾ ਹੈ ਜਿਸ ਦੇ ਨਾਲ ਅਸੀਂ ਪੋਲਿਊਸ਼ਨ ਬਚਾ ਸਕਦੇ ਹਾਂ। ਜਦੋਂ ਅਸੀਂ ਹਨੇਰੇ ਦੇ ਉੱਤੇ ਰੋਸ਼ਨੀ ਦੀ ਜਿੱਤ ਦਾ ਤਿਉਹਾਰ ਮਨਾ ਰਹੇ ਹਾਂ ਤੇ ਸਾਡੇ ਦੌਰ ਦੇ ਵਿੱਚ ਜੋ ਹਨੇਰਾ ਹੈ ਉਹਨੂੰ ਕਿਵੇਂ ਦੂਰ ਕਰਕੇ ਰੋਸ਼ਨੀ ਕੀਤੀ ਜਾ ਸਕਦੀ ਹੈ, ਉਹ ਇੱਕ ਕਾਰਨ ਉਹ ਵੀ ਤਿਉਹਾਰ ਮਨਾਉਣ ਦਾ ਤਰੀਕਾ ਹੋ ਸਕਦਾ ਹੈ। ਹਾਂਜੀ, ਇੱਕ ਸਿੰਬੋਲਿਕ ਜਿਹੜਾ ਸੀਗਾ ਉਹ ਇਹ ਸੀਗਾ। ਹਾਂਜੀ ਬਲਜਿੰਦਰ ਜੀ, ਜਦੋਂ ਹੁਣ ਤੁਸੀਂ ਜਾ ਕੇ ਇਹ ਸਾਰੀ ਜਿਹੜੀ ਕੰਪੇਨ ਦੀ ਗੱਲ ਕਰਦੇ ਹੋ ਤੇ ਇੱਕ ਇਹਦਾ ਜਿਹੜਾ ਮਸਲਾ ਇਸ ਪੱਖ ਨਾਲ ਜੁੜਿਆ ਹੋਇਆ ਕਿ ਦੇਖੋ ਜੀ ਇਹ ਸ਼ਰਧਾ ਦਾ ਮਸਲਾ ਹੈ, ਇਹ ਧਾਰਮਿਕ ਮਸਲਾ ਹੈ, ਤੇ ਦੂਜੇ ਪਾਸੇ ਵਿਗਿਆਨ ਲਗਾਤਾਰ ਇਹਨਾਂ ਚੀਜ਼ਾਂ ਦਾ ਅਧਿਐਨ ਕਰ ਰਿਹਾ ਕਿ ਕਿੰਨਾ ਪ੍ਰਦੂਸ਼ਣ ਹੋ ਰਿਹਾ, ਉਹਦਾ ਕਿੰਨਾ ਨੁਕਸਾਨ ਹੋ ਰਿਹਾ ਸਾਨੂੰ। ਕਿਤੇ ਨਾ ਕਿਤੇ ਇਹ ਸਾਇੰਟੀਫਿਕ ਟੈਂਪਰਾਮੈਂਟ ਦਾ ਵੀ ਇਸ਼ੂ ਬਣਦਾ ਹੈ। ਜੇ ਸਾਇੰਟੀਫਿਕ ਟੈਂਪਰਾਮੈਂਟ ਦਾ ਇਸ਼ੂ ਹੈ ਤਾਂ ਤੁਸੀਂ ਉਹਨੂੰ ਕਿਵੇਂ ਵੇਖਦੇ ਹੋ? ਸਾਇੰਟੀਫਿਕ ਟੈਂਪਰਾਮੈਂਟ ਸਰ, ਸਾਇੰਸ ਨੇ ਤਰੱਕੀ ਜਿਹੜੀ ਕੀਤੀ ਹੈ ਉਹ ਸਾਡੇ ਫਾਇਦੇ ਲਈ ਉਹਨੂੰ ਅਸੀਂ ਇਸਤੇਮਾਲ ਸਾਨੂੰ ਕਰਨਾ ਚਾਹੀਦਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਇਫ ਸਾਇੰਸ ਨੇ ਤਰੱਕੀ ਕਰ ਲਈ ਹੈ ਤੇ ਉਹਨੂੰ ਆਪਾਂ ਯੂਜ਼ ਕਰਕੇ ਤੇ ਆਪਣੇ ਹੀ ਲਈ ਉਹਨੂੰ ਨੁਕਸਾਨ ਦਾ ਕਾਰਨ ਬਣਾ ਲਈਏ। ਇਹ ਸਾਡੇ ਦਿਸ ਸ਼ੁਡ ਨੈਵਰ ਬੀ ਈਗੋ ਪ੍ਰੋਬਲਮ ਵਿਦ ਦ ਹਿਊਮਨ ਬੀਇੰਗਸ ਕਿ ਕਿਉਂਕਿ ਮਤਲਬ ਸਾਇੰਸ ਨੇ ਜੇ ਤੁਹਾਨੂੰ ਇੱਕ ਵਧੀਆ ਮੋਟਾ ਪਟਾਕਾ ਬਣਾਤਾ ਤੇ ਉਹ ਚਲਾਉਣਾ ਜ਼ਰੂਰੀ ਨਹੀਂ। ਸਾਇੰਸ ਨੇ ਜੋ ਸਾਨੂੰ ਇਹ ਦੱਸਿਆ ਕਿ ਇਹਦੇ ਨਾਲ ਪ੍ਰਦੂਸ਼ਣ ਹੁੰਦਾ ਉਹ ਵੀ ਸੁਣਨਾ ਜ਼ਰੂਰੀ ਹੈ। ਉਹ ਸੁਣਨਾ ਜ਼ਿਆਦਾ ਜ਼ਰੂਰੀ ਹੈ। ਉਹ ਬੱਚਿਆਂ ਤੋਂ ਵੱਧ ਸਾਨੂੰ ਵੱਡਿਆਂ ਨੂੰ ਸਮਝਾਉਣ ਦੀ ਅੱਜ ਲੋੜ ਪੈ ਗਈ ਹੈ ਕਿਉਂਕਿ ਬੱਚੇ ਤਾਂ ਸਮਝ ਰਹੇ ਹੈ। ਹੌਲੇ ਹੌਲੇ ਜਦ ਅਗਲੇ 10 ਸਾਲਾਂ ਦੇ ਵਿੱਚ ਉਹ ਸਮਝ ਜਾਣਗੇ, ਜਦੋਂ ਉਹ ਸਿਟੀਜ਼ਨਸ ਆਫ ਇੰਡੀਆ ਬਣਨਗੇ, ਦੇ ਵਿਲ ਬੀ ਮਚ ਬੈਟਰ ਦੈਨ ਅਸ। ਇਹ ਮੇਰਾ ਵਿਸ਼ਵਾਸ ਹੈ ਸਰ, ਕਿਉਂਕਿ ਅਸੀਂ ਬੱਚਿਆਂ ਦੇ ਮਨ 'ਚ ਇਹ ਗੱਲ ਪਾ ਰਹੇ ਹਾਂ, ਕੁੱਟ ਕੇ ਭਰ ਰਹੇ ਹਾਂ ਕਿ ਜਿਹੜੀ ਪਟਾਕੇ ਆ ਇਹਨਾਂ ਦੇ ਨਾਲ ਕਿੰਨੀ ਪੋਲਿਊਸ਼ਨ ਹੁੰਦੀ ਹੈ। ਇਹਦੇ ਮੈਂ ਐਡ ਕਰਨਾ ਚਾਹਾਂਗੀ ਸਰ, ਸਾਡੇ ਬੱਚਿਆਂ ਨੇ ਇਸ ਵਾਰੀ ਇੱਕ ਬਹੁਤ ਵਧੀਆ ਪਾਲਿਸੀ ਅਡਾਪਟ ਕੀਤੀ ਹੈ। ਦੇ ਹੈਵ ਗਿਫਟਡ ਪਲਾਂਟਸ ਟੂ देयर ਫਰੈਂਡਸ। ਜਿਹੜੇ ਆਪਾਂ ਤੋਹਫੇ ਦਿੰਦੇ ਹਾਂ ਦੀਵਾਲੀ ਦੇ ਮੌਕੇ ਤੇ, ਬੱਚਿਆਂ ਨੇ ਮੇਰੇ ਤੋਂ ਆ ਕੇ ਪੌਦੇ ਲੈ ਕੇ ਉਹਨਾਂ ਨੇ ਕਿਹਾ ਕਿ ਮੈਮ ਇਸ ਵਾਰੀ ਅਸੀਂ ਪੌਦੇ ਵੰਡਾਂਗੇ ਆਪਣੇ ਪੇਰੈਂਟਸ ਨੂੰ ਜਾਂ ਆਪਣੇ ਜਿਹੜੇ ਵੀ ਰਿਲੇਟਿਵਸ ਆ ਉਹਨਾਂ ਨੂੰ ਅਸੀਂ ਪਲਾਂਟਸ ਗਿਫਟ ਕਰਨੇ ਆ। ਸੋ ਵੀ ਡਿਸਟ੍ਰੀਬਿਊਟਡ ਅਰਾਊਂਡ 375 ਪਲਾਂਟਸ। ਬੱਚੇ ਹੀ ਲੈ ਕੇ ਗਏ, ਹਰਬਲ ਪਲਾਂਟਸ ਲੈ ਕੇ ਗਏ। ਉਹਨਾਂ ਨੇ ਅੱਗੇ ਆਪਣੇ ਜਿੰਨੇ ਵੀ ਫਰੈਂਡਸ ਐਂਡ ਰਿਲੇਟਿਵਸ ਨੇ ਉਹਨਾਂ ਨੂੰ ਇਹ ਪੌਦੇ ਵੰਡੇ। ਸਰ ਇਹ ਮੈਨੂੰ ਇਟਸ ਅ ਗ੍ਰੇਟ ਜੌਬ ਔਨ ਦਾ ਪਾਰਟ ਆਫ ਦਾ ਸਟੂਡੈਂਟਸ। ਤੇ ਇੱਕ ਹੋਰ ਅਸੀਂ ਕਰਵਾਇਆ ਸੀ ਗ੍ਰੀਨ ਹਰਬਲ ਪਲਾਂਟ ਕੰਪੀਟੀਸ਼ਨ। ਅਸੀਂ ਬੱਚਿਆਂ ਨੂੰ 2 ਮਹੀਨੇ ਪਹਿਲੇ ਇੱਕ ਪੌਦਾ ਵੰਡ ਦਿੱਤਾ ਸੀ। ਉਹਨਾਂ ਨੂੰ ਕਿਹਾ ਸੀ ਇਹ ਤੁਸੀਂ ਸਮਾਲ ਸੈਪਲਿੰਗ ਦਿੱਤੇ ਸੀ ਕਿ ਤੁਸੀਂ ਘਰ ਜਾ ਕੇ ਗਮਲੇ 'ਚ ਇਹਨੂੰ ਲਗਾਉਣਾ ਹੈ। ਬੱਚਿਆਂ ਨੇ ਉਹ ਪੌਦਾ ਲਗਾਇਆ। ਉਹਨੂੰ ਜਿਸ ਤਰ੍ਹਾਂ ਮੈਮ ਨੇ ਦੱਸਿਆ ਕਿ ਜੇ ਉਹ ਆਪਣੇ ਪੌਦਾ ਲਗਾਉਂਦੇ ਹੈ ਤਾਂ ਉਹਨਾਂ ਨੂੰ ਉਸ ਦੇ ਨਾਲ ਬਹੁਤ ਲਗਾਵ ਹੋ ਜਾਂਦਾ ਹੈ। ਤੇ 2 ਮਹੀਨੇ ਬਾਅਦ ਸਰ ਜਦ ਮੈਂ ਕੰਪੀਟੀਸ਼ਨ ਹੁਣ ਦੀਵਾਲੀ ਦੇ ਦੌਰਾਨ ਕਰਵਾਇਆ ਤਾਂ ਪੌਦੇ ਦੇਖ ਕੇ ਮੇਰਾ ਮਨ ਖੁਸ਼ ਹੋ ਗਿਆ। ਉਹਨੇ ਸੋਹਣੇ ਪੌਦੇ ਮੇਰੇ ਪੌਦੇ ਲੈ ਕੇ ਆਏ ਮੁਕਾਬਲੇ, ਉਹੀ ਸੇਮ ਪੌਦੇ ਲੈ ਕੇ ਆਏ ਜੀ। ਵੱਡੇ ਹੋ ਗਏ ਸੀ ਪੌਦੇ, ਇੰਨੇ ਹੈਲਦੀ ਸੀਗੇ। ਉਸ ਦੇ ਬੱਚੇ ਨੇ ਆਪਣਾ ਨਾਮ ਲਿਖਿਆ ਹੈ, ਪੌਦੇ ਦਾ ਨਾਮ, ਉਹਦਾ ਬੋਟੈਨੀਕਲ ਨੇਮ ਐਂਡ ਯੂਜ਼ਸ, ਪਾਰਟਸ ਯੂਜ਼ਡ, ਸਾਰਾ ਕੁਝ ਲਿਖ ਕੇ। ਇਸ ਦੇ ਨਾਲ ਸਰ ਕਿੰਨੀ ਜ਼ਿਆਦਾ ਨੌਲੇਜ ਉਹਦੀ ਵੱਧ ਗਈ ਪੌਦਿਆਂ ਦੇ ਬਾਰੇ। ਫਿਰ ਉਹਨਾਂ ਨੇ ਦੱਸਿਆ ਕਿ ਮੈਮ ਇਹਦੇ ਨਾਲ ਪੋਲਿਊਸ਼ਨ ਵੀ ਨਹੀਂ ਹੋਏਗੀ ਬਿਕੋਜ਼ ਦ ਪਲਾਂਟਸ ਦੇ ਐਬਜ਼ੌਰਬ ਦ ਕਾਰਬਨ ਡਾਈਆਕਸਾਈਡ। ਤੇ ਇਹ ਸਾਰੀ ਨੌਲੇਜ ਜਿਹੜੇ ਬੱਚੇ ਲੈ ਕੇ ਜਾਂਦੇ ਹੈ, ਮੇਰਾ ਤਾਂ ਇਹ ਬਹੁਤ ਵਿਸ਼ਵਾਸ ਹੈ ਕਿ ਜਿਹੜਾ ਡਿਪਾਰਟਮੈਂਟ ਆਫ ਐਨਵਾਇਰਨਮੈਂਟ ਨੇ ਮੁਹਿੰਮ ਚਲਾਈ ਹੈ ਉਹ ਕਿਤੇ ਵੀ ਫੇਲੀਅਰ ਨਹੀਂ ਹੈ ਬਿਕੋਜ਼ the students are doing their own part. They are taking whatever we are trying to give to them. ਜੀ ਮੈਂ ਪੂਰੀ ਉਮੀਦ ਕਰਦਾ ਕਿ ਤੁਹਾਡਾ ਜਿਹੜੀ ਇਹ ਗੱਲ ਸੁਣ ਕੇ ਨਾ ਸਾਡੇ ਬਹੁਤ ਸਾਰੇ ਦਰਸ਼ਕਾਂ ਨੂੰ, ਬਹੁਤ ਸਾਰੇ ਅਧਿਆਪਕਾਂ ਨੂੰ ਤੇ ਵਿਦਿਆਰਥੀਆਂ ਨੂੰ ਇਹ ਆਈਡੀਆ ਆਏਗਾ ਕਿ ਇਦਾਂ ਵੀ ਕੀਤਾ ਜਾ ਸਕਦਾ। ਡਾਕਟਰ ਸਾਹਿਬ, ਜਦੋਂ ਆਪਾਂ ਇਸ ਮਾਹੌਲ ਦੇ ਵਿੱਚ ਗੱਲ ਕਰਦੇ ਹਾਂ, ਇਹ ਸਾਇੰਟੀਫਿਕ ਟੈਂਪਰਾਮੈਂਟ ਦਾ ਇੱਕ ਇਸ਼ੂ ਹੈ? ਹਾਂ ਬਿਲਕੁਲ। ਇਸ਼ੂ ਕੀ ਹੈ? ਪਹਿਲੀ ਗੱਲ ਸਾਇੰਟੀਫਿਕ ਟੈਂਪਰ, ਕਈ ਵਾਰੀ ਅਸੀਂ ਸੋਚਦੇ ਹਾਂ ਵੀ ਜਿਹੜੇ ਸਾਇੰਸ ਪੜ੍ਹਦੇ ਨੇ ਉਹਨਾਂ ਨੂੰ ਸਾਇੰਟੀਫਿਕ ਟੈਂਪਰਾਮੈਂਟ ਹੈ ਜੀ। ਸਾਇੰਟੀਫਿਕ ਟੈਂਪਰਾਮੈਂਟ ਇਹ ਹਰ ਗੱਲ ਦੇ ਹਰ ਪੱਖ ਨੂੰ ਵਿਚਾਰਨਾ ਜੀ। ਜਦ ਅਸੀਂ ਦੀਵਾਲੀ ਦੇ ਤਿਉਹਾਰ ਦੀ ਗੱਲ ਕਰਦੇ ਹਾਂ, ਜਿਹੜੀ ਤੁਸੀਂ ਪਹਿਲਾਂ ਕਹੀ ਸੀ ਵੀ ਸੈਂਟੀਮੈਂਟ ਨਾਲ ਜੁੜਿਆ ਹੋਇਆ ਹੈ, ਸੈਂਟੀਮੈਂਟ ਨਾਲ ਤਾਂ ਇਹ ਬੁਰਾਈ ਦੇ ਉੱਤੇ ਅੱਛਾਈ ਦੀ ਜਿੱਤ ਹੈ ਜੀ।
ਤੇ ਬੁਰਾਈ ਤੇ ਅਛਾਈ ਦੀ ਜਿੱਤ ਕਰਦੇ ਕਰਦੇ ਜੇ ਜ਼ਿਆਦਾ ਬੁਰਾਈ ਕਰਾਂਗੇ ਤੇ ਫਿਰ ਇਹ ਸਾਇੰਟੀਫਿਕ ਨੈਪਰ ਨਾ ਹੋਇਆ ਜੀ। ਇਹਦਾ ਮਤਲਬ ਫਿਰ ਅਸੀਂ ਐਵੇਂ ਆਪਣੇ ਮਨੋਂ ਘੜਤ ਕਰਿਆ ਹੋਇਆ ਜੀ। ਸੋ ਜਦ ਅਸੀਂ ਦੇਖਦੇ ਹਾਂ ਕਿ ਵਿਗਿਆਨ ਜਿਹੜੀ ਹੈ ਉਹਨੇ ਸਾਨੂੰ ਦੱਸ ਦਿੱਤਾ ਕਿ ਅੱਜ ਜਿਹੜਾ ਇਸ ਗਲੋਬ ਦੇ ਉੱਤੇ, ਇਸ ਧਰਤੀ ਦੇ ਉੱਤੇ ਜਿਹੜਾ ਜੀਵਨ ਹੈ ਉਹਦੇ ਵਿੱਚ ਪਸ਼ੂਆਂ ਦਾ, ਪੌਦਿਆਂ ਦਾ ਤੇ ਜਾਨਵਰਾਂ ਦਾ, ਬੰਦੇ ਦਾ, ਇਹ ਸਾਰਾ ਇੱਕ ਸੰਤੁਲਨ ਹੈ। ਜੇ ਸੰਤੁਲਨ ਵਿਗੜੇਗਾ ਤਾਂ ਮਨੁੱਖ ਵੀ ਨਹੀਂ ਬਚੇਗਾ। ਜੇ ਪੌਦੇ ਨਹੀਂ ਬਚਣਗੇ, ਜੀਵ ਨਹੀਂ ਬਚਣਗੇ ਤਾਂ ਮਨੁੱਖ ਵੀ ਨਹੀਂ ਬਚੇਗਾ। ਔਰ ਸਾਡਾ ਜਿਹੜਾ ਸੱਭਿਆਚਾਰ ਹੈ ਜਿਹਨੂੰ ਅਸੀਂ ਕਹਿੰਦੇ ਹਾਂ, ਮੈਂ ਉਲਟ ਗੱਲ ਕਹਿਣਾ, ਸਾਡੇ ਸੱਭਿਆਚਾਰ ਤਾਂ ਅਸੀਂ ਪੱਥਰਾਂ ਦੀ ਵੀ ਪੂਜਾ ਕਰਦੇ ਹਾਂ, ਅਸੀਂ ਪੌਦਿਆਂ ਦੀ ਵੀ ਪੂਜਾ ਕਰਦੇ ਹਾਂ, ਅਸੀਂ ਜਾਨਵਰਾਂ ਦੀ ਵੀ ਪੂਜਾ ਕਰਦੇ ਹਾਂ। ਇਹ ਕਿੱਥੇ ਕਿ ਅਸੀਂ ਉਹਨਾਂ ਨੂੰ ਮਾਰਨਾ ਹੈ? ਸਾਡੇ ਸੱਭਿਆਚਾਰ 'ਚ ਉਹਨਾਂ ਨੂੰ ਮਾਰਨਾ ਨਹੀਂ। ਸੋ ਜੇ ਸਾਨੂੰ ਵਿਗਿਆਨਕ ਤੌਰ ਤੇ ਪਤਾ ਹੀ ਲੱਗ ਗਿਆ ਕਿ ਇਹਦੇ ਵਿੱਚ ਆਕਸੀਜਨ ਘਟ ਗਈ, ਓਜ਼ੋਨ ਵੱਧ ਗਈ, ਕਾਰਬਨ ਡਾਈਆਕਸਾਈਡ ਵੱਧ ਗਈ, ਸਲਫਰ ਡਾਈਆਕਸਾਈਡ ਵੱਧ ਗਈ, ਜਿਹਦੇ ਨਾਲ ਪੌਦਿਆਂ ਦੇ ਉੱਤੇ ਮਿੱਟੀ ਜੰਮ ਗਈ, ਜਿਹਦੇ ਕਰਕੇ ਸਾਹ ਲੈਣਾ, ਪੱਤਿਆਂ ਦੇ ਰਾਹੀਂ ਜਿਹੜੇ ਪਾਣੀ ਕੱਢਣਾ ਹੈ, ਸਾਹ ਲੈਣਾ, ਉਹ ਉਹਨਾਂ ਦਾ ਖਤਮ ਹੋ ਗਿਆ। ਤੇ ਪਸ਼ੂਆਂ ਦੇ ਜੀਵਨ ਦੇ ਵਿੱਚ ਬਿਮਾਰੀਆਂ ਸਾਨੂੰ ਮਨੁੱਖ ਤਾਂ ਦਿਖਾ ਲੈਂਦੇ ਨੇ, ਪਸ਼ੂ ਤਾਂ ਉਹ ਦਿਖਾ ਵੀ ਨਹੀਂ ਸਕਦੇ ਇਮੀਡੀਏਟਲੀ। ਸੋ ਉਹਨਾਂ ਦਾ ਜੇ ਸਾਰਾ ਸੰਤੁਲਨ ਵਿਗੜ ਰਿਹਾ ਹੈ ਤਾਂ ਇਹ ਕੋਈ ਵਿਗਿਆਨਕ ਤਰੀਕਾ ਨਹੀਂ ਹੈ, ਇਹ ਵਾਧੂ ਦਾ ਸੈਂਟੀਮੈਂਟ ਹੈ। ਸੈਂਟੀਮੈਂਟ ਅਸਲੀ ਇਹ ਹੈ ਕਿ ਅਸੀਂ ਅਛਾਈ ਦੇ ਉੱਤੇ, ਬੁਰਾਈ ਦੇ ਉੱਤੇ ਅਛਾਈ ਦੀ ਜਿੱਤ ਕਰੀਏ। ਔਰ ਅਛਾਈ ਦੇ 100 ਤਰੀਕੇ ਨੇ, ਉਹਨਾਂ 100 ਤਰੀਕਿਆਂ ਅਸੀਂ ਕੀ ਕਰ ਸਕਦੇ ਹਾਂ? ਖੁਸ਼ੀ ਮਨਾਉਣੀ ਹੈ, ਖੁਸ਼ੀ ਮਨਾਉਣੀ ਜਿਵੇਂ ਇਹਨਾਂ ਨੇ ਇੱਥੇ ਵੀ ਦਰਖਤ ਲਗਾਉਣੇ, ਖੁਸ਼ੀ ਮਨਾਉਣੀ ਹੈ ਜਿਵੇਂ ਤੁਸੀਂ ਆਪਣੇ ਘਰ ਦੇ ਵਿੱਚ ਜਿਹੜੀ ਗੰਦਗੀ ਪਈ ਉਹਨੂੰ ਸਾਫ਼ ਕਰ ਲੈਣਾ, ਤੁਸੀਂ ਕੋਈ ਵਾਧੂ ਜਿਹੜਾ ਸਮਾਨ ਫਾਲਤੂ ਪਲਾਸਟਿਕ ਹੋਰ ਪੈਦਾ ਕਰਦੇ ਹੋ ਉਹ ਨਾ ਕਰੋ ਪੈਕਡ ਵਸਤਾਂ ਦੇ ਰਾਹੀਂ। ਸੋ ਖੁਸ਼ੀ ਮਨਾਉਣ ਦੇ ਸੈਂਕੜੇ ਢੰਗ ਨੇ। ਚਾਨਣ ਦੇ ਉੱਤੇ ਮੈਂ ਇੱਕ ਗੱਲ ਕਹਿ ਕੇ ਆਪਣੀ ਗੱਲ ਕਰਾਂਗਾ। ਜਿਹੜਾ ਚਾਨਣ ਕਰਦੇ ਸੀ, ਚਰਾਹੇ ਤੇ ਦੀਵਾ ਰੱਖਦੇ ਸੀ। ਚਰਾਹੇ ਤੇ ਉਦੋਂ ਦੀਵਾ ਰੱਖਣ ਦਾ ਕਿਉਂ ਰਿਵਾਜ ਸੀ ਕਿ ਰਾਤ ਨੂੰ ਹਨੇਰਾ ਹੁੰਦਾ ਸੀ, ਲੋਕ ਆਉਂਦੇ ਸੀ, ਟੋਭੇ ਤੇ ਦੀਵਾ ਰੱਖਦੇ ਸੀ, ਖੂਹ ਤੇ ਦੀਵਾ ਰੱਖਦੇ ਸੀ ਤਾਂ ਕਿ ਕੋਈ ਖੂਹ 'ਚ ਨਾ ਗਿਰ ਜੇ, ਕੋਈ ਟੋਭੇ 'ਚ ਨਾ ਗਿਰ ਜੇ। ਉਹ ਅੰਧੇਰੇ ਦੇ ਵਿੱਚ ਲੋਕਾਂ ਨੂੰ ਚਾਨਣ ਦਿਖਾਉਣ ਦਾ ਇੱਕ ਤਰੀਕਾ ਸੀ, ਜਿਹਨੂੰ ਅਸੀਂ ਅੱਜ ਇੱਕ ਵਹਿਮ ਬਣਾ ਲਿਆ। ਸੋ ਜਿਹੜਾ ਸਾਡੀ ਇੱਕ ਚੰਗੀ ਟ੍ਰੈਡੀਸ਼ਨ ਸੀ, ਚੰਗਾ ਰਿਵਾਜ ਸੀ, ਰਸਮ ਸੀ, ਉਹ ਔਰ ਉਹਦੇ 'ਚ ਪਟਾਕੇ ਕਿਤੇ ਸ਼ਾਮਲ ਨਹੀਂ ਹੈਗੇ। ਪਟਾਕੇ ਬਣਾਉਣੇ, ਪਟਾਕਿਆਂ ਦੀ ਤਾਂ ਇੰਨੀ ਉਦੋਂ ਉਹ ਹੀ ਨਹੀਂ ਸੀ, ਸਾਇੰਸ ਹੀ ਨਹੀਂ ਸੀ। ਸੋ ਇਹ ਤਾਂ ਨਵੀਂ ਡਿਵੈਲਪ ਹੋਈ ਹੈ। ਸੋ ਪਟਾਕੇ ਬਣਾਉਣ ਦੇ ਪਿੱਛੇ, ਪਟਾਕੇ ਵਜਾਉਣ ਦੇ ਪਿੱਛੇ ਜਿਹੜੀ ਹੈ, ਇਹ ਕੋਈ ਧਰਮ ਨਹੀਂ ਹੈ, ਇਹ ਕੋਈ ਵਿਗਿਆਨ ਨਹੀਂ ਹੈ, ਔਰ ਇਹ ਕੋਈ ਸੈਂਟੀਮੈਂਟ ਨਹੀਂ ਹੈ। ਸੈਂਟੀਮੈਂਟ ਹੈ, ਠੀਕ ਹੈ, ਤੁਸੀਂ ਦੀਵੇ ਜਲਾਉਂਦੇ ਹੋ, ਰੌਸ਼ਨੀਆਂ ਕਰਦੇ ਹੋ। ਜਿੰਨੇ ਬੁਰੇ ਕੰਮ ਹੋ ਰਹੇ ਨੇ, ਜਿੱਥੇ ਵੀ ਕੋਈ ਬੁਰਾਈ ਤੁਹਾਨੂੰ ਦਿਖਦੀ ਹੈ, ਇੱਕ ਡਾਕਟਰ ਹੈ, ਉਹਨੂੰ ਲੱਗਦਾ ਬਿਮਾਰੀ ਬੁਰਾਈ ਹੈ ਤਾਂ ਉਹ ਬਿਮਾਰੀ ਦਾ ਵਧੀਆ ਇਲਾਜ ਕਰੇ। ਇੱਕ ਪੱਤਰਕਾਰ, ਉਹਨੂੰ ਲੱਗਦਾ ਪੱਤਰਕਾਰਾਂ ਦੇ ਰਾਹੀਂ ਮੈਂ ਕੁਝ ਕਰ ਸਕਦਾ। ਬੱਚੇ ਨੇ ਬੱਚਿਆਂ ਨੂੰ ਸਿੱਖਿਆ ਦੇਣੀ ਹੈ। ਹਰ ਇੱਕ ਨੇ ਆਪਣੇ ਪ੍ਰੋਫੈਸ਼ਨ 'ਚ, ਆਪਣੇ ਕਿੱਤੇ ਦੇ ਵਿੱਚ ਬੁਰਾਈ ਲੱਭਣੀ ਅਸਲ 'ਚ, ਵੀ ਇਹ ਬੁਰਾਈ ਹੈ ਮੇਰੇ ਕਿੱਤੇ 'ਚ, ਇਹਦੀ ਮੈਂ ਅਛਾਈ ਦੇ ਰੂਪ 'ਚ ਦੀਵਾਲੀ ਨੂੰ ਇੱਕ ਸੰਕਲਪ ਕਰ ਲਵਾਂ ਕਿ ਇਸ ਵਾਰੀ ਮੈਂ ਇਹ ਬੁਰਾਈ ਨੂੰ ਇਸ ਤਰੀਕੇ ਨਾਲ ਦੂਰ ਕਰਾਂਗਾ। ਦੀਵਾਲੀ ਵਾਲੇ ਦਿਨ ਤੁਸੀਂ ਆਪਣੇ ਅੰਦਰ ਇੱਕ ਨਿਸ਼ਾਨਦੇਹੀ ਕਰ ਲਓ ਕਿ ਆਹ ਮੇਰੇ ਅੰਦਰ ਬੁਰੀ ਗੱਲ ਹੈ, ਇਹਨੂੰ ਮੈਂ ਦਰੁਸਤ ਕਰਾਂ। ਅਰੁਣਾ ਜੀ, ਆਖਰੀ ਸਵਾਲ, ਬਿਲਕੁਲ ਸੰਖੇਪ 'ਚ ਜਵਾਬ ਦਿਓ ਕਿ ਜਦੋਂ ਆਪਾਂ ਸਮਾਜਿਕ ਪੱਧਰ ਦੇ ਉੱਤੇ ਦੇਖਦੇ ਹਾਂ ਕਿ ਵੀ ਅਸੀਂ ਇੱਕ ਜਾਗਰੂਕਤਾ ਮੁਹਿੰਮ, ਵਿਗਿਆਨ ਦੀ ਜਿਹੜੀ ਰਿਸਰਚ ਹੈ, ਜੋ ਸਾਨੂੰ ਪਤਾ ਲੱਗ ਰਿਹਾ ਕਿ ਇਹ ਨੁਕਸਾਨ ਹੈ, ਇਹਦੇ ਵਿੱਚ ਜਿਹੜੀਆਂ ਬਾਕੀ ਇੰਸਟੀਟਿਊਸ਼ਨਸ ਨੇ ਉਹਨਾਂ ਦੀ ਤੁਸੀਂ ਕੀ ਭੂਮਿਕਾ ਦੇਖਦੇ ਹੋ ਕਿ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ? ਰਿਲੀਜੀਅਸ ਇੰਸਟੀਟਿਊਸ਼ਨਸ, ਹੋਰ ਇੰਟੈਲੈਕਚੁਅਲ ਇੰਸਟੀਟਿਊਸ਼ਨ, ਸੋਸ਼ਲ ਇੰਸਟੀਟਿਊਸ਼ਨਸ? ਇਸ ਟਾਈਮ ऐसा टाइम चल रहा है जिस टाइम सारे दे सारे लोग जागरूक हो रहे हैं जी। ठीक है, सारे स्कूल वाले, सिर्फ एक स्कूल नहीं है, सारे स्कूल है, सारे कॉलेजेस है जी। जो मैं एक कल देख रही हैं इस चीज़ ਨੂੰ ਸਭ ਤੋਂ ਜ਼ਿਆਦਾ ਸਕਸੈਸਫੁਲ ਕਿਵੇਂ ਬਣਾਇਆ ਜਾ ਸਕਦਾ ਹੈ, ਦੈਟ ਇਜ਼ ਇਨ ਦ ਯੂਨੀਵਰਸਿਟੀ ਔਰ ਯੂਥ ਜਿਹੜੇ ਆਪਣੇ ਐਡੋਲੈਸੈਂਟਸ ਹੈ ਜੀ, ਜਿੱਥੇ ਉਹਨਾਂ ਨੂੰ ਥੋੜਾ ਬਿਜ਼ੀ ਕਰਕੇ ਇਸ ਚੀਜ਼ ਨੂੰ ਅਸੀਂ ਕੈਂਪੇਨ ਚਲਾ ਸਕਦੇ ਹਾਂ ਜੀ। ਔਰ ਇਹ ਕਾਲਜਾਂ 'ਚ ਇਹ ਚੀਜ਼ ਥੋੜੀ ਜਿਹੀ ਮਿਸਿੰਗ ਹੁੰਦੀ ਹੈ, ਅਗਰ ਇਸ ਨੂੰ ਉੱਥੇ ਅਸੀਂ ਲਿਆਉਂਦੇ ਹਾਂ, ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡੀ ਸਕਸੈਸ ਹੋ ਸਕਦੀ ਜੀ। ਤੁਸੀਂ ਸਾਰੇ ਅੱਜ ਦੀ ਚਰਚਾ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਤਿਉਹਾਰ ਮਨਾਉਣ ਦਾ ਤਰੀਕਾ ਅਸੀਂ ਆਪ ਚੁਣਦੇ ਹਾਂ। ਇਹ ਤਰੀਕਾ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਜਸ਼ਨ ਦੀ ਥਾਂ ਸਾਡੇ ਲਈ ਮੁਸ਼ਕਿਲ ਹੋ ਜਾਏ। ਤਿਉਹਾਰ ਮਨਾਉਣ ਦਾ ਤਰੀਕਾ ਅੰਧ ਵਿਸ਼ਵਾਸ ਜਾਂ ਸ਼ਰਧਾ ਦਾ ਮਸਲਾ ਨਹੀਂ ਹੈ, ਸਗੋਂ ਇਹ ਮਨੁੱਖ ਦੇ ਨਾਲ ਸਮੁੱਚੇ ਜੀਵ ਜੰਤ ਦੀਆਂ ਖੁਸ਼ੀਆਂ ਦਾ ਮਸਲਾ ਹੈ। ਪ੍ਰਦੂਸ਼ਣ ਤੋਂ ਬਚ ਕੇ ਅਸੀਂ ਨਾ ਸਿਰਫ ਆਪਣੀ ਖੁਸ਼ੀ ਵਿੱਚ ਵਾਧਾ ਕਰ ਸਕਦੇ ਹਾਂ, ਸਗੋਂ ਆਪਣੇ ਚੁਗਿਰਦੇ ਅਤੇ ਜੀਵ ਜੰਤ ਨਾਲ ਸੁਹਿਰਦ ਰਿਸ਼ਤਾ ਵੀ ਕਾਇਮ ਕਰ ਸਕਦੇ ਹਾਂ। ਤਿਉਹਾਰਾਂ ਦੀ ਭਾਵਨਾ ਤਾਂ ਇਸ ਧਾਰਨਾ ਨਾਲ ਜੁੜਦੀ ਹੈ। ਤਿਉਹਾਰ ਮਨਾਉਣ ਦਾ ਤਰੀਕਾ ਸਾਨੂੰ ਇਸ ਧਾਰਨਾ ਨਾਲ ਜੋੜ ਲੈਣਾ ਚਾਹੀਦਾ ਹੈ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।